ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਆਇਆਂ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਬੇਅਦਬੀ ਮਾਮਲਿਆਂ ਤੋਂ ਬਾਅਦ ਦੀਆਂ ਘਟਨਾਵਾਂ 'ਚ ਕੋਟਕਪੂਰਾ ਮਾਮਲੇ 'ਚ ਗੋਲੀकांड ਤੇ ਜਿਹੜੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਉਹਦੇ ਸਬੰਧ 'ਚ ਤਲਬ ਕੀਤੇ ਗਏ, ਸੰਮਨ ਕੀਤੇ ਗਏ ਇਸ ਦਾ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ, ਫਰੀਦਕੋਟ ਦੀ ਸੈਸ਼ਨ ਅਦਾਲਤ ਵਿੱਚ ਐਂਟੀਸਪੇਟਰੀ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਤੇ 14 ਤਰੀਕ ਨੂੰ ਸੁਣਵਾਈ ਹੋਣੀ ਹੈ। ਇਹਦੇ ਸੰਬੰਧੀ ਤੁਹਾਡੇ ਨਾਲ ਅਗਲੇ ਤੱਥ ਸਾਂਝੇ ਕਰਦੇ ਹਾਂ। ਦੂਜਾ ਮਾਮਲਾ, ਅੱਜ ਪੰਜਾਬ ਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਨ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮੰਗ ਪੱਤਰ ਦਿੰਦੀ ਹੈ। ਉਹਦੇ ਵਿੱਚ 2 ਮੱਦਾਂ ਦਾ ਜ਼ਿਕਰ ਹੈ। ਸ਼ਾਇਦ ਦਿੱਲੀ ਦੇ ਵਿੱਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਮਿਲਣਾ ਕਾਫੀ ਔਖਾ ਹੋ ਸਕਦਾ ਸੀ, ਪਰ ਇੱਥੇ ਤੁਹਾਨੂੰ ਯਾਦ ਹੀ ਹੋਣਾ, ਕੇਜਰੀਵਾਲ ਕੋਲ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੈਮੋਰੰਡਮ ਦੇਣ ਜਾਂਦੇ ਆ, ਮਾਰਚ ਲੈ ਕੇ ਜਾਂਦੇ ਆ, ਧਰਨਾ ਦੇਣ ਜਾਂਦੇ ਆ, ਤਾਂ ਬਾਹਰ ਆ ਕੇ ਮੈਮੋਰੰਡਮ ਰਿਸੀਵ ਨਹੀਂ ਕਰਦੇ, ਜਦੋਂ ਜਥੇਦਾਰ ਸਾਹਿਬ ਵੀ ਕਾਫੀ ਖਫਾ ਹੋਏ ਸੀ। ਉਹਨਾਂ ਨੇ ਕਿਹਾ ਸੀ ਕਿਤੇ ਜਾਣ ਦੀ ਲੋੜ ਨਹੀਂ। ਪਰ ਅੱਜ ਦੇਸ਼ ਦੇ ਰਾਸ਼ਟਰਪਤੀ ਜਦੋਂ ਅੰਮ੍ਰਿਤਸਰ ਸੀਗੇ ਤਾਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਤੀਜਾ ਮਾਮਲਾ, ਵਿਧਾਨ ਸਭਾ ਦੀ ਕਾਰਵਾਈ ਕਾਫੀ ਤਲਖ ਰਹੀ, ਕਾਫੀ ਖਹਿਬਾਜ਼ੀ, ਬਹਿਸਬਾਜ਼ੀ ਹੋਈ, ਅਮਨ ਕਾਨੂੰਨ ਤੋਂ ਲੈ ਕੇ ਹੋਰ ਕਈ ਅਹਿਮ ਮਾਮਲਿਆਂ ਦੇ ਵਿੱਚ ਕੁਝ ਦਿਲਚਸਪ ਤੱਥ ਤੁਹਾਡੇ ਸਾਹਮਣੇ ਪੇਸ਼ ਕਰਦੇ ਆ। ਸਰਦਾਰ ਹਮੀਰ ਸਿੰਘ ਜੀ, ਪਹਿਲਾਂ ਮੈਨੂੰ ਜ਼ਰੂਰ ਇਹ ਦੱਸਿਓ, ਕਿ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਓ ਕਿ ਬਾਦਲਾਂ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਤੀ ਆ, ਮੰਗ ਕੀ ਕੀਤੀ ਹੈ? ਅਸਲ 'ਚ ਦੋਨਾਂ ਨੇ ਜਿਹੜੇ ਕਿ ਸੰਭਾਵਨਾ ਹੀ ਸੀਗੀ, ਕਿਉਂਕਿ ਜਿਹੜਾ ਟਾਈਮ ਮਿਲਿਆ ਤੇ ਉਹਦੇ 'ਚ ਅਗਾਊਂ ਮਤਲਬ ਜ਼ਮਾਨਤ ਦੀ ਅਰਜ਼ੀ ਲੱਗੂਗੀ, ਕਿਉਂਕਿ ਜਿਹੜੀ ਟ੍ਰਾਇਲ ਕੋਰਟ ਸੀ 6 ਮਾਰਚ ਨੂੰ, ਉਹਨੇ 23 ਮਾਰਚ ਦਾ ਤਾਰੀਖ ਪਾ ਕੇ ਉਹਨਾਂ ਨੂੰ ਹਾਜ਼ਰ ਰਹਿਣ ਲਈ ਨੋਟਿਸ ਕਰ ਦਿੱਤਾ ਸੀਗਾ। ਔਰ ਉਸ ਚਲਾਨ ਦੇ ਵਿੱਚ ਉਹਨਾਂ ਦਾ ਨਾਂ ਸੀ ਕੰਸਪੀਰੇਸੀ 'ਚ, ਮਤਲਬ ਸਾਜ਼ਿਸ਼ ਘਾੜਿਆਂ ਦੇ ਵਿੱਚ, ਜਿਹੜੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸੀ ਉਹਨਾਂ ਕੇਸਾਂ ਦੇ ਮਾਮਲੇ ਦੇ ਵਿੱਚ, ਔਰ ਦੂਜਾ ਐਗਜੀਕਿਊਸ਼ਨ ਦੇ ਮਾਮਲੇ ਦੇ ਵਿੱਚ। ਤਾਂ ਪਹਿਲਾਂ ਸੁਭਾਵਿਕ ਹੈ ਕਿ ਉਹਨਾਂ ਨੇ ਟ੍ਰਾਇਲ ਕੋਰਟ 'ਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਦੇ ਵਿੱਚ ਉਹ ਗਏ ਨੇ, ਰਾਜੀਵ ਕਾਲੜਾ ਨੇ, ਜਿਹੜੇ ਫਰੀਦਕੋਟ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ, ਉਹਨਾਂ ਨੇ ਦਾਇਰ ਕੀਤੀ ਹੈ। ਔਰ ਉਹਦੇ 'ਚ ਜਿਹੜੀ ਮੰਗ, ਜਿਹੜੀ ਇੱਕ ਅਰਜ਼ੋਈ ਹੁੰਦੀ ਹੈ, ਜਿਵੇਂ ਕਹਿੰਦੇ ਨੇ ਅਦਾਲਤ ਦੇ ਸਾਹਮਣੇ ਕਿ ਸਾਨੂੰ ਕਿਉਂ, ਔਰ ਉਹਨਾਂ ਨੇ ਉਹੀ ਕਿਹਾ ਕਿ ਪੋਲੀਟੀਕਲ ਮੋਟੀਵੇਟਡ ਕੇਸ ਹੈ ਸਾਡਾ, ਕੋਈ ਗੱਲ ਨਹੀਂ। ਵੱਡੇ ਬਾਦਲ ਸਾਹਿਬ ਦੀ ਜਿਹੜੀ ਐਪਲੀਕੇਸ਼ਨ ਹੈ ਉਹਦੇ 'ਚ ਉਮਰ ਦਾ ਵੀ ਮਤਲਬ ਇੱਕ ਪਹਿਲੂ ਲਿਖਿਆ ਗਿਆ ਹੈ ਕਿ ਉਮਰ ਦਰਾਜ ਹੋ ਗਏ ਨੇ, ਹੁਣ ਇਸ ਲੈਵਲ ਦੇ ਨੇ, ਸਿਹਤ ਦਾ ਵੀ ਮਾਮਲਾ ਹੈ, ਬਾਕੀ ਸਾਰੇ ਮਾਮਲੇ ਨੇ। ਪਰ ਨਾਲ ਦੀ ਨਾਲ ਇੱਕ ਇਹ ਗੱਲ ਵੀ ਕਹੀ ਗਈ ਹੈ ਕਿ ਉਹ ਮਤਲਬ ਇਹ ਗੱਲ ਹੋ ਨਹੀਂ ਸਕਦੀ ਕਿ ਕੋਈ ਚੀਫ ਮਿਨਿਸਟਰ ਅਸੀਂ ਕਿਵੇਂ ਕਰ ਸਕਦੇ ਹਾਂ, ਇਹੋ ਜਿਹਾ ਆਰਡਰ ਕਿਵੇਂ ਦੇ ਸਕਦੇ ਹਾਂ, ਸਾਡਾ ਇਤਿਹਾਸ ਜਾਂ ਬਾਕੀ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਇਨਵੋਲਵ ਕੀਤੀਆਂ ਗਈਆਂ ਨੇ। ਔਰ ਸੁਖਬੀਰ ਬਾਦਲ ਉਹਨਾਂ ਦਾ ਮਾਮਲੇ ਦੇ ਵਿੱਚ ਇਹ ਗੱਲ ਕੀਤੀ ਗਈ ਹੈ, ਇੱਕ ਤਾਂ ਉਹ ਲਗਾਤਾਰ ਕਹਿੰਦੇ ਨੇ ਕਿ ਮੈਂ ਬਾਹਰ ਸੀਗਾ ਦੇਸ਼ ਤੋਂ ਉਸ ਸਮੇਂ, ਦੂਜੀ ਗੱਲ ਇੱਕ ਕਹਿੰਦੇ ਨੇ ਪਲੀ ਇਹ ਵੀ ਰਹੀ ਗਈ ਹੈ ਵੀ ਮੰਨ ਲਿਆ ਜਾਵੇ ਇੱਕ ਮਿੰਟ ਲਈ ਕੋਈ ਆਰਡਰ ਵੀ ਕਰਦੇ ਚਾਹੇ ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ, ਟੈਕਨੀਕਲੀ ਕਾਨੂੰਨੀ ਨਜ਼ਰੀਏ ਤੋਂ ਐਸਐਸਪੀ ਜਾਂ ਜਿਹੜਾ ਪੁਲਿਸ ਅਧਿਕਾਰੀ ਮੌਜੂਦ ਹੈ ਉਹ ਕਿਉਂ ਗੈਰ ਕਾਨੂੰਨੀ ਕੰਮ ਜ਼ੁਬਾਨੀ ਕਹੇ ਤੇ ਕਰੂਗਾ, ਜਾਂ ਕੀਤਾ ਜਾਂ ਨਹੀਂ ਕੀਤਾ, ਉਹਦੀ ਗੱਲ ਬਣਦੀ ਹੈ ਜ਼ਿੰਮੇਵਾਰੀ, ਕਿਉਂ ਮਨਾ ਕਰ ਸਕਦਾ ਜੇਕਰ ਕੋਈ ਗੈਰ ਕਾਨੂੰਨੀ ਹੁਕਮ ਕੋਈ ਦਿੱਤੇ ਜਾਂਦੇ ਨੇ। ਔਰ ਬਾਕੀ ਇਹੋ ਜਿਹੇ ਮਾਮਲੇ 'ਚ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਹੋ ਜਿਹਾ ਕਿ ਗੁਰੂ ਸਾਹਿਬ ਦੇ ਮਾਮਲੇ 'ਚੋਂ ਬੇਅਦਬੀ ਹੋਵੇ ਜਾਂ ਉਹਨੂੰ ਕੋਈ ਦੇਖਿਆ ਜਾਏ, ਇਹ ਸੰਭਵ ਹੀ ਨਹੀਂ ਹੋ ਸਕਦਾ। ਔਰ ਇੱਕ ਗੱਲ ਇਹ ਕਹੀ ਗਈ ਹੈ ਕਿ ਸਾਨੂੰ ਪਤਾ ਲੱਗਿਆ, ਹਜੇ ਤੱਕ ਮੇਰੇ ਖਿਆਲ ਨੋਟਿਸ ਜਾਂ ਬਾਕੀ ਉਹਨਾਂ ਤੱਕ ਇਸ ਤਰੀਕੇ ਦੇ ਨਹੀਂ ਲਏ ਜਾਂ ਪਹੁੰਚੇ ਕਿ ਸਾਡਾ ਨਾਮ ਚਲਾਨ 'ਚ ਪੇਸ਼ ਕੀਤਾ ਗਿਆ ਹੈ ਤੇ ਸਾਨੂੰ ਬੇਮਤਲਬ ਜਿਹੜਾ ਪੋਲੀਟੀਕਲ ਵੈਂਡੇਟੇ ਕਰਕੇ, ਤੱਥਾਂ ਨੂੰ ਓਲੇ ਕਰਕੇ ਜਾਣਬੁੱਝ ਕੇ ਸ਼ਾਮਲ ਕੀਤਾ ਗਿਆ ਉਸ ਤਫਤੀਸ਼ ਦੇ ਵਿੱਚ, ਉਹਦੇ ਵਿੱਚ, ਤੇ ਅੱਗੇ ਨੂੰ ਸਾਨੂੰ ਅਰੈਸਟ ਕਰਨ ਦਾ ਜਾਂ ਗ੍ਰਿਫਤਾਰੀ ਦਾ ਡਰ ਹੈ ਜਿਹੜਾ ਉਸ ਮਾਮਲੇ 'ਚ। ਸੁਖਬੀਰ ਉਹਨਾਂ ਨੇ ਇਹ ਵੀ ਕਿਹਾ ਉਹਦੀ ਪਲੀ ਦੇ ਵਿੱਚ ਕਿ ਉਹਨਾਂ ਨੇ ਸਾਰੇ ਹੁਣ ਤੱਕ ਜਿਹੜੀਆਂ SIT ਜੀ ਸੀਗੀਆਂ, ਜਿੰਨੀ ਤਫਤੀਸ਼ ਸੀ ਉਹਦੇ ਵਿੱਚ ਪੂਰੀ ਤਰ੍ਹਾਂ ਮਤਲਬ ਜ਼ਿੰਮੇਵਾਰੀ ਦੇ ਨਾਲ ਉਹਦੇ 'ਚ ਸਹਿਯੋਗ ਕੀਤਾ। ਜਿੰਨੇ ਵਾਰ ਵੀ ਉਹਨਾਂ ਨੇ ਪੁੱਛਗਿੱਛ ਲਈ ਬੁਲਾਇਆ, ਜਦੋਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਪੁੱਛਗਿੱਛ ਲਈ ਸ਼ਾਮਲ ਰਹੇ ਹਾਂ ਤੇ ਸਾਰੀ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਿ ਅਸੀਂ ਸਹਿਯੋਗ ਨਹੀਂ ਕਰ ਰਹੇ। ਹੁਣ ਇਹ ਸਾਰੀਆਂ ਪਲੀਜ਼ ਜਿਹੜੀਆਂ ਉਹਨਾਂ ਨੇ ਲਈਆਂ ਨੇ ਕਿ ਜਿਹਦੇ ਆਧਾਰ ਤੇ ਉਹਨਾਂ ਨੇ ਐਂਟੀਸਪੇਟਰੀ ਬੇਲ ਮੰਗੀ ਹੈ। 14 ਮਾਰਚ ਨੂੰ ਹੁਣ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਨੇ ਉਹ ਦੇਖਣਾ। 14 ਮਾਰਚ ਨੂੰ ਬੇਲ ਮਿਲਦੀ ਹੈ, ਨਹੀਂ ਮਿਲਦੀ, ਜੇ ਮਿਲਦੀ ਹੈ ਠੀਕ ਹੈ, ਨਹੀਂ ਮਿਲਦੀ ਤਾਂ ਫਿਰ ਹਾਈ ਕੋਰਟ ਦਾ ਉਹਨਾਂ ਕੋਲ ਰਸਤਾ ਹੈਗਾ। ਉਸ ਤੋਂ ਬਾਅਦ 23 ਮਾਰਚ ਤੱਕ ਜੇਕਰ ਬੇਲ ਮਿਲਦੀ ਹੈ ਠੀਕ ਹੈ, ਨਹੀਂ ਫਿਰ ਟ੍ਰਾਇਲ ਕੋਰਟ ਦੇ ਵਿੱਚ। ਹੁਣ ਜਿਹੜਾ ਸਵਾਲ ਇਹ ਹੈ ਕਿ ਟ੍ਰਾਇਲ ਕੋਰਟ 'ਚ ਉਹਨਾਂ ਨੂੰ ਜਾਣਾ ਫਿਰ ਵੀ ਪਊਗਾ,
ਮਤਲਬ 23 ਮਾਰਚ ਨੂੰ ਚਾਹੇ ਜ਼ਮਾਨਤ ਵੀ ਹੋ ਜਾਂਦੀ ਹੈ। ਪਰ ਜੇ ਜ਼ਮਾਨਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਅਰੈਸਟ ਜੇਲ੍ਹ ਭੇਜਣ ਦਾ ਜਿਹੜਾ ਕਹਿੰਦੇ ਨੇ ਜਿਹੜੇ ਵਕੀਲਾਂ ਦਾ ਮੰਨਣਾ ਹੈ ਕਿ ਉਹ ਇੱਕ ਟਲ ਜੂਗਾ ਖਤਰਾ ਕਿ ਉੱਥੋਂ, ਕਿਉਂਕਿ ਨਹੀਂ ਤਾਂ ਜੇ ਜ਼ਮਾਨਤ ਨਾ ਹੋਵੇ ਤਾਂ ਤਿੰਨ ਚਾਂਸਸ ਨੇ ਕਹਿੰਦੇ ਨੇ ਟ੍ਰਾਇਲ ਕੋਰਟ ਦੇ ਸਾਹਮਣੇ। ਇੱਕ ਇਹ ਕਿ ਉਹਨਾਂ ਨੂੰ ਮੌਕੇ ਤੇ ਮਤਲਬ ਜੁਡੀਸ਼ਲ ਭੇਜਿਆ ਜਾ ਸਕਦਾ, ਦੂਜਾ ਇਹ ਕਿ ਜੇ ਪੁਲਿਸ ਰਿਮਾਂਡ ਮੰਗੇ ਰਿਮਾਂਡ ਤੇ ਵੀ ਭੇਜਿਆ ਜਾ ਸਕਦਾ ਜੇ ਉਹਨਾਂ ਨੂੰ ਲੱਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੀ ਜ਼ਰੂਰਤ ਹੈ। ਤੀਜਾ ਇਹ ਕਿ ਜ਼ਮਾਨਤ ਵੀ ਲਈ ਜਾ ਸਕਦੀ ਹੈ ਕਿਉਂਕਿ ਇਹ ਨਾਨ ਅਵੇਲੇਬਲ ਹੈ, 307 ਦਾ ਕੇਸ ਹੈ। ਬਾਕੀ ਇਹ ਇਸ ਲਈ ਅਦਾਲਤ 'ਚ ਜਾਣਾ ਤਾਂ ਜ਼ਰੂਰੀ ਪਊਗਾ ਉਸ ਮਾਮਲੇ ਦੇ ਵਿੱਚ, ਔਰ ਇਹ ਵੱਖ-ਵੱਖ ਪਹਿਲੂ ਨੇ। ਹੁਣ ਇਹ ਅਦਾਲਤਾਂ ਤੇ ਨਿਰਭਰ ਕਰੂਗਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਾਣਗੇ ਤੇ ਕੀ ਹੋਏਗਾ। ਔਰ 14 ਮਾਰਚ ਨੂੰ ਪਤਾ ਲੱਗੇਗਾ ਐਡੀਸ਼ਨਲ ਕੋਰਟ ਸੈਸ਼ਨ ਜੱਜ ਦਾ, ਉਦੋਂ ਬਾਅਦ ਫਿਰ ਜੇ ਹਾਈ ਕੋਰਟ ਦੀ ਆਪਸ਼ਨ ਹੈ ਤਾਂ ਹਾਈ ਕੋਰਟ ਦਾ, ਜੇ ਉੱਥੇ ਨਹੀਂ ਮਿਲਦੀ ਤਾਂ ਫਿਰ ਟ੍ਰਾਇਲ ਕੋਰਟ ਵੱਲ ਸਾਰੇ ਦੇ ਨਜ਼ਰਾਂ 23 ਮਾਰਚ ਨੂੰ ਵੀ ਰਹਿਣਗੀਆਂ। ਔਰ ਉਹਨਾਂ ਨੇ ਪਲੀ ਮੇਰੇ ਖਿਆਲ ਇਹ ਲਈ ਹੈ ਕਿ ਇਹਨਾਂ ਦੇ ਵਿੱਚ ਇਹਨੂੰ ਖਾਰਜ ਕੀਤਾ ਜਾਣਾ ਚਾਹੀਦਾ। ਇਹ ਜਿਹੜੇ ਸਾਡੇ ਨਾਮ ਜਿਹੜੇ ਬਾਕੀ ਪਏ ਨੇ, ਜ਼ਮਾਨਤ ਵੀ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਇਸ ਗੱਲ ਨੂੰ ਹੀ ਖਾਰਜ ਕੀਤਾ ਜਾਣਾ ਚਾਹੀਦਾ ਕਿ ਸਾਡੇ ਤੇ ਮੁਕੱਦਮਾ ਚੱਲੇ ਜੀ। ਔਰ ਇਟ ਮੀਨ ਜੇ ਫਿਰ ਜੇਕਰ ਆ ਕੇ ਉਹ ਮੁਕੱਦਮੇ ਨੂੰ ਹੁਣ ਕੋਰਟ ਅਗਲੀ ਸੀਨੀਅਰ ਕੋਰਟ ਚਾਹੇ ਹਾਈ ਕੋਰਟ ਚਾਹੇ ਉਹ ਕੀ ਕੇਵਲ ਜ਼ਮਾਨਤ ਤੱਕ ਰਹਿੰਦਾ ਹੈ ਜਾਂ ਉਹ ਵੀ ਸਟੇ ਹੋ ਜਾਂਦੀਆਂ ਨੇ ਪ੍ਰੋਸੀਡਿੰਗ 'ਚ, ਇਹ ਫਿਰ ਕਾਫੀ ਹੋਰ ਟਾਈਪ ਦਾ ਮੁੱਦਾ ਬਣ ਜੂਗਾ ਜੇਕਰ ਪ੍ਰੋਸੀਡਿੰਗ ਜੀ। ਕਿਉਂਕਿ ਅਕਾਲੀ ਦਲ ਨੂੰ ਲੱਗਦਾ ਵੀ ਸ਼ਾਇਦ ਜਿਵੇਂ ਕੁੰਵਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਤੇ ਹੋਇਆ ਸੀ ਕਿ ਜੇ ਰਿਪੋਰਟ ਹੀ ਖਾਰਜ ਹੋ ਗਈ ਤਾਂ ਉਹ ਟਰਾਈ ਇਹ ਕਰਨਗੇ ਆਪਣੇ ਵੱਲੋਂ ਕਿ ਇਹ ਮੁੱਦਾ ਹੀ ਨਾ ਚੱਲੇ ਅੱਗੇ, ਟ੍ਰਾਇਲ ਚੱਲੇ ਨਾ, ਇਹਨਾਂ ਦਾ ਨਾਂ ਖਾਰਜ ਹੋ ਜਾਣ ਜਾਂ ਪ੍ਰੋਸੀਡਿੰਗ ਸਟੇ ਹੋ ਜਾਣ ਜਾਂ ਜੋ ਵੀ ਮਰਜ਼ੀ ਹੋਏ, ਉਹ ਅਗਲਾ ਸਵਾਲ ਹੋਏਗਾ। ਪਰ ਇੱਥੇ ਤੱਕ ਦੀ ਅਜੇ ਤੱਕ ਦਾ ਮਤਲਬ ਅਕਾਲੀ ਦਲ ਉਹ ਪਲੀ ਲੈ ਕੇ ਚੱਲ ਰਿਹਾ ਜਿਹੜੀ ਹੁਣ ਤੱਕ ਦੀ ਕੋਰਟ ਦੇ ਵਿੱਚ ਗਿਆ। ਅਕਾਲੀ ਦਲ ਆਪਣੇ ਜਿੰਨੇ ਵੀ ਟੈਕਨੀਕਲੀ ਜਾਂ ਕਾਨੂੰਨੀ ਨਜ਼ਰੀਏ ਤੋਂ ਉਹਨਾਂ ਕੋਲ ਪ੍ਰਾਵਧਾਨ ਨੇ, ਜਿੰਨੇ ਉਹਨਾਂ ਕੋਲ ਰਾਹ ਹੋਣਗੇ, ਉਹ ਜ਼ਰੂਰ ਅਪਣਾਉਣਾ ਚਾਹੂਗਾ। ਅਦਰਵਾਈਜ਼ ਤਾਂ ਜਿਹੜੀ 23 ਤਰੀਕ ਦੀ ਸੁਣਵਾਈ ਸੀ ਉਦੋਂ ਵੀ ਉਹ ਜ਼ਮਾਨਤ ਅਰਜ਼ੀ ਦਾਇਰ ਕਰ ਸਕਦੇ ਸੀ। ਉਂਝ ਇਹ ਵੀ ਬੜਾ ਅਹਿਮ ਦੇਖਣਾ ਹੋਊਗਾ ਕਿ ਜਿਹੜੀ ਬਾਈਬਲ ਕਲਾ ਨਾਲ ਸੰਬੰਧਿਤ SIT ਜਾਂਚ ਕਰ ਰਹੀ ਆ, ਉਹਦੇ ਸੰਬੰਧੀ ਵੀ ਕਨਸੋਆਂ ਨੇ ਕਿ ਉਹ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਔਰ ਬਹੁਤ ਤੇਜ਼ੀ ਨਾਲ ਇਹ ਪਹਿਲੀ LK ਯਾਦਵ ਵਾਲੀ SIT ਜਿਹਨੇ ਚਲਾਨ ਪੇਸ਼ ਕੀਤਾ, ਚਾਰਜਸ਼ੀਟ ਦਾਇਰ ਕੀਤੀ ਆ, ਉਹ ਹੋਰ ਲੋਕਾਂ ਨੂੰ ਵੀ ਪੁੱਛਗਿੱਛ ਲਈ ਅੱਗੇ ਵਧਾ ਰਹੀ ਆ। ਰਣਬੀਰ ਸਿੰਘ ਖੱਟੜਾ ਤੋਂ ਲੈ ਕੇ ਗਗਨਦੀਪ ਸਿੰਘ ਬਰਾੜ ਤੇ ਹੋਰ ਕਾਫੀ ਸਾਰੇ ਲੋਕ ਉਹਨਾਂ ਦੇ ਰਡਾਰ ਤੇ ਨੇ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਆਈ ਸੀਗੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੁਕਸਾਨੀ ਗਈ ਬੀੜ ਹੈ, ਉਹ ਜਿਹੜੀ ਉਸ ਵੇਲੇ ਜਾਂਚ ਕਰ ਰਹੀ ਟੀਮ ਸੀ ਉਹਨੇ ਰਿਕਵਰ ਕਰ ਲਈ ਸੀ, ਤੇ ਰਿਕਵਰ ਕਰਨ ਤੋਂ ਬਾਅਦ ਉਹ ਕਿੱਥੇ ਰੱਖੀ ਗਈ, ਉਹ ਬਾਅਦ ਦੇ ਵਿੱਚ ਕਿਉਂ ਨਹੀਂ ਮਿਲੀ, ਇਹ ਵੀ ਸਵਾਲ ਉੱਠ ਰਹੇ ਸੀਗੇ। ਔਰ ਇਹ ਸਵਾਲ ਏਡੇ ਵੱਡੇ ਸਵਾਲ ਆ ਕਿ ਕੀ ਸੱਚਮੁੱਚ ਐਵੀਡੈਂਸ ਦੇ ਰੂਪ ਦੇ ਵਿੱਚ ਜੋ ਕੁਝ ਵੀ ਉਸ ਸਮੇਂ ਵਾਪਰਿਆ ਉਹਦੇ ਨਾਲ ਵੀ ਛੇੜਛਾੜ ਹੋਈ? ਇਹ ਸਵਾਲ ਕਾਫੀ ਤੇਜ਼ੀ ਨਾਲ ਐਡਰੈਸ ਕਰਨੇ ਹੋਣਗੇ। ਔਰ LK ਯਾਦਵ ਦੀ ਅਗਵਾਈ ਵਾਲੀ SIT ਅਜੇ ਲਗਾਤਾਰ ਲੱਗੀ ਹੋਈ ਹੈ। ਹੋ ਸਕਦਾ ਸਰਦਾਰ ਹਰਮੀਤ ਸਿੰਘ ਜੀ ਇਹ ਇੱਕ ਅੱਧ ਕੋਈ ਸਪਲੀਮੈਂਟਰੀ ਚਲਾਨ 23 ਤੋਂ ਪਹਿਲਾਂ ਹੋਰ ਵੀ ਪੇਸ਼ ਕਰ ਦੇਣ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਹੋਰ ਮੁਸ਼ਕਲਾਂ ਵੱਧ ਸਕਦੀਆਂ ਔਰ ਬਹੁਤ ਵੱਡੀ ਸੰਭਾਵਨਾ ਚਲਾਨ ਆਏਗਾ। ਜਿਹੜੀ LK ਯਾਦਵ ਵਾਲੀ SIT ਹੈ ਉਹ ਇੱਕ ਐਡੀਸ਼ਨਲ ਚਲਾਨ ਹੋਰ ਪੇਸ਼ ਕਰਨ ਜਾ ਰਹੀ ਹੈ, ਸੁਣੇ ਮਤਲਬ ਜਿੰਨੀ ਕਿ ਸੂਚਨਾਵਾਂ ਆ ਰਹੀਆਂ ਨੇ ਜਲਦੀ, ਤਾਂ ਕਿ ਉਹਦੇ ਨਾਲ ਸਾਰਾ ਜਿਹੜਾ ਬਾਕੀ ਦੇ ਸਵਾਲ ਨੇ। ਇੱਕ ਤੁਸੀਂ ਦੇਖਿਆ ਹੋਣਾ ਸਾਬਕਾ ਸਬ ਇੰਸਪੈਕਟਰ ਦੀ ਵੀ ਗੱਲ ਕਰ ਰਹੇ, ਉੱਥੇ ਬੋਲੇ ਵੀ ਜਾ ਕੇ ਸਤਪਾਲ ਸਿੰਘ ਵੀ ਕਿਹਾ, ਸਤਪਾਲ ਸਿੰਘ, ਔਰ ਉਹ ਵੀ ਇਹ ਕਹਿ ਰਿਹਾ ਜਦੋਂ ਤੋਂ ਪੁੱਛਦਾ ਕੋਈ ਵੀ ਜਿਹੜੀ ਉਹ ਬੀੜ ਜੇ ਪ੍ਰਾਪਤ ਹੋ ਗਈ ਸੀ, ਦੋ ਹਿੱਸਿਆਂ ਸੀ, ਉਹ ਕਹਿੰਦਾ ਦੋ ਪਿੰਡ ਦਾ ਨਾਮ ਵੀ ਲੈਂਦਾ, ਇੱਕ ਸਿੰਘ ਵਾਲਾ ਤੇ ਇੱਕ ਦੂਸਰਾ ਨਾਲ ਦਾ ਪਿੰਡ ਸਿੱਖਾਂ ਵਾਲਾ ਤੇ ਇੱਕ ਹੋਰ ਪਿੰਡ ਦਾ ਨਾਂ ਜਿਹੜੇ ਵੀ ਨੇ। ਤੇ ਵੀ ਫਿਰ ਉਹ ਕਿਉਂ ਨਹੀਂ ਜਦੋਂ ਪ੍ਰਾਪਤ ਹੋ ਗਈ ਸੀ ਬੀੜ ਤਾਂ ਉਹਨੂੰ ਕਿਸ ਤਰੀਕੇ ਨਾਲ ਕਿੱਥੇ ਰੱਖਿਆ ਗਿਆ, ਕੀ ਕੀਤਾ ਗਿਆ, ਜਾਂ ਉਹਦਾ ਹਿੱਸਾ ਕਿਉਂ ਨਹੀਂ, ਤਾਂ ਉਹ ਸਿੱਧਾ ਜਵਾਬ ਦਿੰਦਾ ਹੈ ਇਹ ਤਾਂ ਹੁਣ ਵੱਡੇ ਲੋਕ ਗ੍ਰਹਿ ਮੰਤਰੀ ਸਾਹਿਬ ਹੀ ਦੱਸ ਸਕਦੇ ਨੇ, ਆਪਾਂ ਕੀ ਦੱਸ ਸਕਦੇ। ਮਤਲਬ ਇਟ ਮੀਨ ਜੋ ਕੋਈ ਨਾ ਕੋਈ ਗੱਲਾਂ ਇਹੋ ਜਿਹੀਆਂ ਸ਼ਾਇਦ ਦਵਾਈਆਂ ਵੀ ਹੋਰ ਹੋਣਗੀਆਂ, ਇਹੋ ਜਿਹੇ ਬੰਦਿਆਂ ਦੀਆਂ ਵੀ ਹੋਣਗੀਆਂ ਹੀ ਨਾ ਜਿਹੜੇ ਬੰਦੇ ਜਦੋਂ ਟ੍ਰਾਇਲ ਕੋਰਟ ਚ ਆਉਣਾ, ਕਾਊਂਟ ਕੀ ਹੋਏਗਾ ਕੀ ਨਹੀਂ ਹੋਏਗਾ, ਇੱਕ ਤਾਂ ਉਹ ਸਵਾਲ ਹੈਗਾ ਹੀ ਹੈ। ਔਰ ਫਿਰ ਅਜੇ ਦੂਸਰੀ ਜਿਹੜੀ ਇੱਕ SIT ਹੈ ਨੌ ਨਿਹਾਲ ਸਿੰਘ ਵਾਲੀ, ਦੂਸਰਾ ਕੇਸ ਇਹਦੇ ਨਾਲ ਉਨਾ ਹੀ ਨੇੜਿਓਂ ਜੁੜਿਆ ਹੋਇਆ ਹੈ, ਜਿਹਦੇ ਦੇ ਵਿੱਚ ਅੱਗੇ 2 ਕਤਲ ਹੋਏ ਨੇ, ਮਤਲਬ ਜਿਹਦੇ ਚ 302 ਵੀ ਲੱਗਣੀ ਹੈ, ਜਿਹਦੇ ਚ ਬਾਕੀ ਚੀਜ਼ਾਂ ਹੋਣੀਆਂ ਨੇ। ਬਿਲਕੁਲ ਇਹ ਉਸੇ ਸਮੇਂ ਦੇ ਵਿੱਚ ਹੋਈਆਂ ਘਟਨਾਵਾਂ ਨੇ, ਉਸੇ ਦਿਨ ਫਾਇਰਿੰਗ ਹੁੰਦੀ ਹੈ ਤੇ ਬੰਦੇ ਮਰ ਜਾਂਦੇ ਨੇ। ਉਹ ਜਦੋਂ SIT ਆਉਂਦੀ ਹੈ ਤਾਂ ਕਿਹਾ ਜਾਂਦਾ ਵੀ ਜੇ ਸਿਆਸੀ ਤੌਰ ਤੇ ਹੀ ਦੇਖਣਾ ਹੋਵੇ ਤਾਂ
ਚਲਾਨ ਕਦੋਂ ਪੇਸ਼ ਹੋਣਾ ਹੈ, ਜੋ ਗਵਰਨਮੈਂਟ ਨੂੰ ਮਤਲਬ ਮਨਜ਼ੂਰ ਹੋਏਗਾ ਕਿ ਉਦੋਂ ਸਾਨੂੰ ਜ਼ਿਆਦਾ ਫਾਇਦਾ ਹੈ ਤੇ ਉਦੋਂ ਹੋਏਗਾ, ਨਹੀਂ ਤਾਂ 29 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤਾਂ ਫਿਰ 29 ਕੋਰਟ ਦੇ ਵਿੱਚ ਉਹਦੀ ਵੀ ਪੇਸ਼ੀ ਹੈ, ਤਾਂ ਉਹ ਵੀ ਚਲਾਨ ਪੇਸ਼ ਹੋਣ ਦੀਆਂ ਸੰਭਾਵਨਾਵਾਂ ਉਸ ਤਰੀਕੇ ਦੇ ਨਾਲ ਹੈ ਨੇ। ਔਰ ਮੈਨੂੰ ਲੱਗਦਾ ਕਿ 29 ਤੋਂ ਪਹਿਲਾਂ ਪਹਿਲਾਂ ਹੁਣੀ ਮਾਰਚ ਦੇ ਵਿੱਚ ਜਲੰਧਰ ਬਾਈ ਇਲੈਕਸ਼ਨ ਦਾ ਵੀ ਕੁਝ ਅਨਾਉਂਸਮੈਂਟ ਹੋ ਜਾਣੀ ਹੈ, ਜੇ ਅਪ੍ਰੈਲ 'ਚ ਹੀ ਹੋਣੀ ਹੈ, ਜੇ ਕਰਨਾਟਕਾ ਦੇ ਨਾਲ ਕਰਾਉਣੀ ਹੈ ਤਾਂ ਉਹ ਵੀ ਇਹ ਚੀਜ਼ਾਂ ਨੂੰ ਕੰਮ ਦੇਣਗੀਆਂ। ਮਤਲਬ ਸਰਕਾਰਾਂ ਉਹੋ ਜਿਹੇ ਮੌਕੇ ਬਹੁਤ ਦੇਖਦੀਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਕਿ ਕਿਹੜੀ ਚੀਜ਼ ਕਿਵੇਂ ਕੰਮ ਦੇ ਸਕਦੀ ਹੈ, ਕਿੱਥੇ ਕੰਮ ਦੇ ਸਕਦੀ ਹੈ। ਬਿਨਾਂ ਸ਼ੱਕ ਇਹਦੇ 'ਚ ਪੋਲੀਟੀਕਲ ਮੋਟਿਵ ਤਾਂ ਰਹਿੰਦਾ ਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ 'ਚ ਕੋਈ ਟੈਕਨੀਕਲ ਜਾਂ ਕਾਨੂੰਨੀ ਪੱਖ ਨਹੀਂ ਹੁੰਦੇ ਜਿਹੜੇ ਪੱਖਾਂ ਦੇ ਆਧਾਰ ਤੇ ਕੋਈ ਗੱਲ ਨਹੀਂ ਹੋ ਸਕਦੀ। ਇਸ ਲਈ ਉਹ ਪਹਿਲੂ ਵੀ ਅਜੇ ਖੜਾ ਹੋਇਆ, ਔਰ ਇਹ ਸ਼ਾਇਦ ਅਕਾਲੀ ਦਲ ਨੂੰ ਵੀ ਲੱਗਦਾ ਕਿ ਉਹ ਜਦੋਂ SIT ਨਾਲ ਆ ਗਈ, ਜੇ ਟ੍ਰਾਇਲ ਇਸ ਤਰ੍ਹਾਂ ਦਾ ਚੱਲਦਾ ਤਾਂ ਇਹ ਜ਼ਿਆਦਾ ਖਤਰਨਾਕ ਹੋਏਗਾ। ਔਰ ਜੇ ਲੰਬਾ ਸਮਾਂ ਟ੍ਰਾਇਲ ਜਾਰੀ ਰਹਿੰਦਾ, ਜ਼ਮਾਨਤ ਹੋ ਵੀ ਜਾਂਦੀ ਹੈ, ਤਾਂ ਵੀ ਇਹ ਲਗਾਤਾਰ ਪੋਲੀਟੀਕਲੀ ਨੁਕਸਾਨ ਕਰਦਾ ਰਹੇਗਾ। ਜਦੋਂ ਵੀ ਕੋਈ ਮੌਕਾ ਆਇਆ ਕਰੂਗਾ, ਜਦੋਂ ਵੀ ਕੋਈ ਅਗਲੀ ਪੇਸ਼ੀ, ਅਗਲੀ ਤਾਰੀਖ, ਉਹ ਪੋਲੀਟੀਕਲ ਕਾਸਟ ਜ਼ਿਆਦਾ ਮੰਨੀ ਜਾਂਦੀ ਹੈ ਪੋਲੀਟੀਸ਼ੀਅਨ ਲਈ। ਮਤਲਬ ਦੂਸਰਾ ਕਿਸੇ ਸਜ਼ਾ ਥੋੜੀ ਬਹੁਤ ਕਿਤੇ ਜਾ ਕੇ ਹੋ ਜੇ, ਉਹ ਇੱਕ ਅਲੱਗ ਗੱਲ। ਅੱਛਾ, ਇਹ ਜਿਹੜੀ ਆਪਾਂ 2 ਦਿਨ ਪਹਿਲਾਂ ਵੀ ਇੱਥੇ ਜ਼ਿਕਰ ਕੀਤਾ ਸੀ, ਜਿਹੜੀ ਇਹ ਉਹਨਾਂ ਨੇ ਪਲੀ ਲਈ ਆ, ਕਿ ਉਹਦੇ ਵਿੱਚ ਉਸ ਅਰਜੀ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਤੱਥ ਵੀ ਪੇਸ਼ ਕੀਤੇ ਗਏ ਆ ਕਿ ਜਦੋਂ ਮੁੱਖ ਮੰਤਰੀ ਵਿਧਾਨ ਸਭਾ 'ਚ ਕਹਿ ਰਹੇ ਹੋਣ ਕਿ ਅਸੀਂ ਇਹਨੂੰ ਰੀਰਾਈਟ ਕੀਤਾ ਹੈ, ਇਹ ਵੀ ਇੱਕ ਪਹਿਲੂ ਅੱਗੇ ਜਾ ਕੇ ਲਿਆ ਜਾ ਸਕਦਾ ਜੇ ਹੁਣ ਨਹੀਂ ਲਿਆ। ਅਕਾਲੀ ਦਲ ਜਦੋਂ ਪੋਲੀਟੀਕਲ ਵੰਡੈਟਾ ਜਾਂ ਸਿਆਸੀ ਬਦਲਾਖੋਰੀ ਦੀ ਗੱਲ ਕਰਦਾ ਹੈ ਤੇ ਉਹਨਾਂ ਲਈ ਤਾਂ ਇਹ ਵੀ ਆਸਾਨ ਹੋਊਗਾ ਕਿ ਦੇਖੋ ਜੀ, ਹਾਈ ਕੋਰਟ ਦੇ ਆਦੇਸ਼ ਸੀ, ਇਹਦੇ 'ਚ ਕੋਈ ਵੀ ਦਖਲਅੰਦਾਜ਼ੀ ਨਾ ਹੋਵੇ। ਇੱਥੇ ਸਿੱਧੇ ਮੁੱਖ ਮੰਤਰੀ, ਸਪੀਕਰ ਇਹ ਦਖਲਅੰਦਾਜ਼ੀ ਦੀਆਂ ਗੱਲਾਂ ਕਰ ਰਹੇ ਆ। ਉਹ ਹੁਣ ਤੱਕ ਤਾਂ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕਰਦੇ ਆ ਕਿ ਉਹਦੇ ਜਾਂ ਉਸ ਤੋਂ ਪਹਿਲਾਂ ਉਹ ਗੱਲ ਕਰਦੇ ਨੇ ਕਿ ਜਿਹੜੇ ਸਪੀਕਰ 1.5 ਮਹੀਨੇ ਦਾ ਸਮਾਂ ਮੰਗ ਕੇ ਆਏ ਸੀ। ਇਹ ਸਾਰੀਆਂ ਗੱਲਾਂ ਵੀ ਪਲੀ ਦੇ ਵਿੱਚ ਹੋਣਗੀਆਂ ਕਿ ਸਾਨੂੰ ਫਸਾਇਆ ਜਾ ਰਿਹਾ। ਬਿਲਕੁਲ, ਉਹ ਕੋਸ਼ਿਸ਼ ਤਾਂ ਜਦੋਂ ਵੈਂਡੈਟਾ ਸਾਬਤ ਕਰਨਾ ਤਾਂ ਉਹ ਸਾਰੇ ਤੱਥ, ਦਲੀਲ, ਭਾਸ਼ਣ ਸਭ ਕੁਝ ਹੀ ਪੇਸ਼ ਕਰਨ ਨਾਲ ਕਰਨੇ ਹੀ ਪੈਂਦੇ ਹੁੰਦੇ ਨੇ ਕਿਸੇ ਦੇ ਵੀ। ਔਰ ਇਹਦੇ 'ਚ ਵੀ ਜਿਹੜੀਆਂ ਇਦੋਂ ਪਹਿਲਾਂ ਦੇ ਬਿਆਨਬਾਜ਼ੀ ਹੈ ਕਿ ਕਿਹਨੇ ਕਿਹਾ 28 ਤਰੀਕ ਤੱਕ ਤੋਂ ਪਹਿਲਾਂ ਪੇਸ਼ ਕਰ ਦਾਂਗੇ, ਉਹ ਤੁਹਾਨੂੰ ਕਿਹਨੇ ਦੱਸਿਆ? SIT ਨੇ ਦੱਸਿਆ ਜਾਂ ਤੁਸੀਂ ਫੈਸਲਾ ਕਰਕੇ SIT ਨੂੰ ਹਦਾਇਤ ਕੀਤੀ? ਔਰ ਇਸੇ ਢੰਗ ਨਾਲ ਜਦੋਂ ਚੀਫ ਮਿਨਿਸਟਰ ਵੀ ਉਹ ਗੱਲ ਕਹੀ ਰਹੇ ਨੇ ਆਪਣੇ ਆਪ ਫਲੋਰ ਆਫ ਦੀ ਹਾਊਸ ਕਿ ਹਾਂ ਅਸੀਂ ਐ ਕੀਤਾ ਔਰ ਅਸੀਂ ਇਹ ਕਰਾਂਗੇ, ਅਸੀਂ ਇਹ ਇਨਸਾਫ ਇਸ ਪੱਧਰ ਦੇ ਉੱਤੇ ਦਵਾਵਾਂਗੇ, ਔਰ ਇਹਦੀ ਬਜਾਏ ਕਿ ਠੀਕ ਹੈ ਕਾਨੂੰਨ ਇਨਸਾਫ ਦਵਾਏਗਾ, ਇੱਕ ਅਲੱਗ ਭਾਸ਼ਾ ਹੁੰਦੀ ਹੈ ਜਿਹੜੀ ਹੋਵੇ, ਤਾਂ ਟੈਕਨੀਕਲੀ ਤਾਂ ਲਾਜ਼ਮੀ ਹੈ ਕਿ ਵਕੀਲਾਂ ਦੇ ਇਹ ਦਲੀਲ ਦਾ ਤੇ ਉਸ ਲੈਵਲ ਦੇ ਆਰਗੂਮੈਂਟ ਦਾ ਇੱਕ ਆਧਾਰ ਬਣਨਗੇ ਜਦੋਂ, ਕਿਉਂਕਿ ਉਹਨਾਂ ਨੇ ਪਹਿਲਾਂ ਸਟਾਰਟਿੰਗ ਹੀ ਇਹ ਕਿਹਾ ਕਿ ਇਹ ਪੋਲੀਟੀਕਲ ਮੋਟੀਵੇਟਡ ਹੈ ਔਰ ਪੋਲੀਟੀਕਲ ਮੋਟੀਵੇਟਡ ਹੋਣ ਕਰਕੇ ਸਾਡਾ ਰੋਲ ਨਹੀਂ ਹੋ ਸਕਦਾ। ਬਾਕੀ ਸੈਕੰਡਰੀ ਸਾਰੇ ਲੌਜਿਕ ਜਾਂ ਤੱਥ ਉਹਨਾਂ ਦੇ ਹਾਈ ਨੇ, ਆਪਣੇ ਅਕਾਲੀ ਦਲ ਦਾ ਇਤਿਹਾਸ, ਆਪਣੀ ਜ਼ਿੰਦਗੀ ਦਾ ਇਤਿਹਾਸ, ਆਪਣੇ ਬਾਕੀ ਦੀਆਂ ਸਾਰੀਆਂ ਚੀਜ਼ਾਂ। ਅਸੀਂ ਤਾਂ ਇਹ ਵੀ ਕਹਿ ਕਿਸੇ ਦਾ ਕੱਖ ਨਾ ਰਹੇ, ਜਿਹੜੇ ਨੇ ਵੀ ਇਹ ਗੱਲ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਵੀ ਆਉਂਦੀਆਂ ਨੇ, ਫਿਰ ਇਮੋਸ਼ਨਲ ਗੱਲਾਂ ਵੀ ਆਉਂਦੀਆਂ ਨੇ ਤੇ ਲੌਜੀਕਲ ਗੱਲਾਂ ਵੀ ਆਉਂਦੀਆਂ ਨੇ। ਤੇ ਪਰ ਕੋਰਟ ਮੇਰਾ ਖਿਆਲ ਹੈ ਉਹ ਟੈਕਨੀਕਲੀ ਜੋ ਵੀ ਪੱਖ ਉਹਦੇ ਸਾਹਮਣੇ ਆਉਣਗੇ, ਰੀਅਲ ਤੱਥ ਜੋ ਉਹਦੇ ਸਾਹਮਣੇ ਆਉਣਗੇ, ਅਦਾਲਤ ਨੇ ਤਾਂ ਉਵੇਂ ਲਾ ਦੇ ਮੁਤਾਬਕ ਕੰਮ ਕਰਨਾ ਹੈ। ਇਮੋਸ਼ਨ ਜਾਂ ਸਿਆਸਤ ਉਹ ਇੱਕ ਅਲੱਗ ਗੱਲ ਹੋ ਸਕਦੀ। ਜਦੋਂ ਪਿਛਲੀ ਵਾਰੀ ਹਾਈ ਕੋਰਟ ਦੇ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋਈ ਸੀ ਤੇ ਨੋ ਡਾਊਟ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਗੱਲ ਕੀਤੀ ਗਈ ਆ ਉਸ ਜੱਜਮੈਂਟ 'ਚ ਸਾਰੀ। ਮੈਂ ਉਹ ਜੱਜਮੈਂਟ ਨੂੰ ਇੱਕ ਤੋਂ ਵੱਧ ਵਾਰੀ ਪੜ੍ਹਿਆ ਤੇ ਇਸ ਵਾਰੀ ਵੀ ਜਦੋਂ ਕੋਈ ਪਲੀ ਲਈ ਜਾਏਗੀ, ਮੰਨ ਲਓ ਹਾਈ ਕੋਰਟ ਹੀ ਹੈ, ਤੇ ਹਾਈ ਕੋਰਟ ਵੀ ਸ਼ਾਇਦ ਇਸ ਗੱਲ ਨੂੰ ਕੋਸ਼ਿਸ਼ ਕਰੇ ਕਿ ਉਹ ਚਾਰਜ ਸ਼ੀਟ ਨੂੰ ਮੰਗਵਾਵੇ। ਤੁਹਾਨੂੰ ਲੱਗਦਾ ਹੈ ਕਿ ਕਾਫੀ ਗੁੰਝਲਦਾਰ ਵੀ ਹੋ ਸਕਦਾ ਮਾਮਲਾ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਅਕਾਲੀ ਦਲ ਵੱਲੋਂ ਔਰ ਬਾਦਲ ਕਿਆਂ ਵੱਲੋਂ ਲਗਭਗ ਵੱਡੇ ਵਕੀਲ ਹਾਇਰ ਕਰ ਲਏ ਗਏ ਆ ਹਾਈ ਕੋਰਟ ਦੇ ਵਿੱਚ, ਇੱਕ ਜਾਂ ਦੂਜੇ ਦੇ ਰਾਹੀਂ ਇਹ ਸਾਰੀ ਗੱਲ ਵਾਪਰੀ ਆ। ਇਹਨੂੰ ਇਸ ਵੇਲੇ ਇਹ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਫੈਸਲਾ ਕੁਨ ਆਰਡਰ ਹੁੰਦੇ ਆ ਅਦਾਲਤਾਂ ਦੇ, ਉਹ ਪੇਸ਼ ਤੱਥਾਂ ਤੇ ਹੀ ਹੁੰਦੇ ਆ। ਜੇ ਚਲਾਨ ਦੇ ਵਿੱਚ, ਚਾਰਜ ਸ਼ੀਟ ਦੇ ਵਿੱਚ ਉਹ ਸਾਰੇ ਤੱਥ ਪੇਸ਼ ਕੀਤੇ ਗਏ ਹੋਣਗੇ, ਪੋਲੀਟੀਕਲ ਬਦਲਾਖੋਰੀ ਬੇਸ਼ੱਕ ਹੋ ਵੀ ਰਹੀ ਹੋਵੇ, ਜੇ ਤੱਥ ਮਜ਼ਬੂਤ ਹੋਣਗੇ ਤਾਂ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ। ਨਾਰਮਲੀ ਕੋਰਟਾਂ ਇਹੀ ਕਰਦੀਆਂ ਨੇ। ਮੈਨੂੰ ਲੱਗਦਾ ਵੀ ਜਿਵੇਂ ਹਾਈ ਕੋਰਟ ਲੈਵਲ ਤੱਕ ਵੀ ਚਲੋ ਜ਼ਮਾਨਤ ਦੇਣਾ ਇੱਕ ਅਲੱਗ ਗੱਲ ਹੈ, ਤੁਹਾਡੀ ਪਟੀਸ਼ਨ ਤੇ ਵੀ ਦਿੱਤੀ ਜਾ ਸਕਦੀ ਹੈ ਔਰ ਦੇ ਵੀ ਦਿੰਦੀਆਂ ਨੇ ਬੜੀ ਵਾਰ, ਪਰ ਜੇ ਉਹ ਰਿਜੈਕਟ ਕਰਨੀ ਹੋਵੇ, ਟ੍ਰਾਇਲ ਸਟੇ ਕਰਨਾ ਜਾਂ ਬਾਕੀ ਦੀਆਂ ਚੀਜ਼ਾਂ ਕਰਨੀਆਂ ਨੇ, ਤਾਂ ਉਹਦੇ 'ਚ ਤਾਂ ਕੋਈ ਪੁਖਤਾ ਚੀਜ਼ਾਂ ਚਾਹੀਦੀਆਂ ਨੇ ਨਾ ਉਸ ਲੈਵਲ ਦੀਆਂ ਕਿ ਉਹਦੇ 'ਚ ਕੀ ਕਿਹਾ। ਜਿਵੇਂ ਕੁੰਵਰ ਵਿਜੇ ਪ੍ਰਤਾਪ ਵਾਲੀ ਤਾਂ ਰਿਪੋਰਟ ਹੀ ਉਹਨਾਂ ਨੇ ਡਿਸਕਸ ਕੀਤੀ ਨਾ ਕਿ ਰਿਪੋਰਟ 'ਚ ਕੁਝ ਨਹੀਂ ਹੈ। ਜਿਹੜਾ ਹਾਈ ਕੋਰਟ ਨੇ ਇਹ ਕਿਹਾ ਕਿ ਰਿਪੋਰਟ ਦੇ ਉੱਤੇ ਚੀਜ਼ਾਂ ਉਸ ਲੈਵਲ ਤੇ ਗੱਲ ਕੀਤੀ। ਔਰ ਤੁਸੀਂ ਦੇਖੋ ਕਿ ਹੁਣ ਜਦੋਂ ਬੰਦਾ ਫਸਿਆ ਹੁੰਦਾ, ਇੱਕ ਵਾਰ ਅਕਾਲੀ ਦਲ ਨੇ ਕੀ ਕੀਤਾ ਸੀ
ਜਦੋਂ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਆਈ ਸੀ, ਉਹਨੂੰ ਵਿਧਾਨ ਸਭਾ ਦੇ ਸਾਹਮਣੇ ਫੇਕ ਰਿਪੋਰਟ ਦੇ ਤੌਰ ਤੇ ਉਹਨਾਂ ਨੇ ਕਾਪੀਆਂ ਛਪਵਾ ਐ ਸਤਾਲ ਲਾਈ ਸੀ ਬੜੀ ਵੱਡੀ, ਤੇ ਅੰਦਰ ਹਾਊਸ ਦੇ ਵਿੱਚ ਵੀ ਇਹ ਉਡਾਤੀਆਂ ਸੀ ਕਾਪੀਆਂ ਪੂਰੀ ਤਰ੍ਹਾਂ ਕਿ ਅਸੀਂ ਇਹਨੂੰ ਮੰਨਦੇ ਨਹੀਂ ਆ, ਇਹ ਪੋਲੀਟੀਕਲ ਹੈ, ਫਲਾਨਾ ਜੇ ਉਹ, ਔਰ ਨਾਲ ਇਹ ਵੀ ਜੋੜਿਆ ਸੀ ਕਿ ਖੈਰੇ ਦੇ ਰਿਸ਼ਤੇਦਾਰ ਨੇ ਜਾਂ ਫਲਾਨੇ ਨੇ, ਇਹੋ ਜਿਹੀਆਂ ਚੀਜ਼ਾਂ ਵੀ ਜੋੜੀਆਂ ਸੀ। ਪਰ ਅੱਜ ਉਹਦੇ ਵਿੱਚੋਂ ਕੁਝ ਗੱਲਾਂ ਅਕਾਲੀ ਦਲ ਨੂੰ ਲੱਗ ਰਹੀਆਂ ਨੇ ਕਿ ਕੰਪੈਰੀਟਿਵਲੀ ਉੱਥੇ ਪੇਸ਼ ਕੀਤੀਆਂ ਜਾ ਸਕਦੀਆਂ ਨੇ ਮੁਕਾਬਲਤਨ। ਮੰਨ ਲਓ ਪ੍ਰਕਾਸ਼ ਸਿੰਘ ਬਾਦਲ ਉਹਨਾਂ ਬਾਰੇ ਉਹਦਾ ਜ਼ਿਕਰ ਜਿਹੜਾ ਅਕਾਲੀ ਦਲ ਦੇ ਲੀਡਰਾਂ ਨੇ ਕੀਤਾ, ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੀਤਾ। ਉਹ ਕੀ ਕੀਤਾ, ਉਹ ਕਹਿੰਦੇ ਨੇ ਦੇਖੋ ਰਣਜੀਤ ਸਿੰਘ ਦੀ ਰਿਪੋਰਟ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਵੀ ਇਹ ਕਿਹਾ ਕਿ ਅਕਾਲੀ ਦਲ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ, ਉਹ ਬੜੇ ਉਹਨਾਂ ਦਾ ਰੋਲ ਇਹ ਸੀ ਕਿ ਇਹਨੂੰ ਐਮੀਕੇਬਲੀ ਮੋਡਰੇਟ ਤਰੀਕੇ ਨਾਲ ਇਹਨੂੰ ਸੁਲਝਾਇਆ ਜਾਏ, ਉੱਥੇ ਕੋਈ ਸਖਤੀ ਨਾ ਕੀਤੀ ਜਾਏ ਜਾਂ ਇਹੋ ਜਿਹਾ ਕੋਈ ਸ਼ਬਦਾਵਲੀ ਉਹ ਦੱਸ ਰਹੇ ਸੀਗੇ ਕਿ ਉਹਦੇ 'ਚ ਇਹ ਹੈ। ਇਹ ਤਾਂ ਕਹਿੰਦੇ ਜਸਟਿਸ ਰਣਜੀਤ ਸਿੰਘ ਨੇ ਵੀ ਕਿਹਾ, ਇਟ ਮੀਨ ਉਹ ਉੱਥੇ ਵੀ ਆ ਜਾਏਗੀ ਫਿਰ ਰਿਪੋਰਟ। ਹਾਲਾਤ ਦੇ ਮੁਤਾਬਕ ਹੁੰਦਾ, ਕਦੇ ਉਹ ਚੀਜ਼ ਤੁਹਾਡੇ ਨਹੀਂ ਫੇਵਰ 'ਚ ਜਾਂਦੀ, ਉਹਦੇ ਉਲਟ ਵੀ ਹੋ ਜਾਂਦਾ। ਜਿਹੜੀ ਚੀਜ਼ ਸਾਰੀਆਂ ਹੀ ਖੰਗਾਲਦੇ ਨੇ ਫਿਰ ਕਿ ਦੇਖੋ ਆ ਸਾਡੇ ਵਿਰੋਧ ਵਾਲੇ ਨੇ ਵੀ ਕਿਹਾ। ਈਵਨ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵੀ ਆਏਗੀ ਉਹ ਜਦੋਂ ਵੀ ਜਾਏਗੀ ਕਿ ਦੇਖੋ ਜੀ ਤਾਂ ਹਾਈ ਕੋਰਟ ਨੇ ਰੱਦ ਕੀਤੀ ਹੈ, ਇਹ ਪੋਲੀਟੀਕਲ ਮੋਟੀਵੇਟਡ ਸੀਗੀ, ਇਦੋਂ ਪਹਿਲਾਂ ਆ ਸੀ ਇਸ ਕਰਕੇ ਕੀਤੀ ਹੈ, ਉਹ ਵੀ ਦਲੀਲ ਆਏਗੀ। ਪਰ ਹੁਣ ਹਾਈ ਕੋਰਟ ਦੀ ਹਦਾਇਤ ਤੋਂ ਬਾਅਦ ਜਿਹੜੀ SIT ਬਣੀ ਹੈ, ਇਹਨੇ ਜੋ ਮੰਨਿਆ ਜਾ ਰਿਹਾ ਹੈ ਕਿ ਜਿੰਨੇ 300 ਦੇ ਕਰੀਬ ਕੁਐਸਚਨ ਸੀ, ਕੁਐਸਚਨ ਟੂ ਕੁਐਸਚਨ ਉਹਦਾ ਜਵਾਬ ਲੱਭਣ ਦੀ ਟਰਾਈ ਕੀਤੀ ਹੈ। ਜੇ ਉਹਦੇ 'ਚ ਕੋਈ ਨਵੇਂ ਤੱਥ ਐਡੀਸ਼ਨਲ ਜੋੜੇ ਹੋਣਗੇ ਜਿਹੜੇ ਵੀ ਉਹ ਇਹ ਨੇ, ਔਰ ਜਿਹਦੇ 'ਚ ਇੱਕ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇਸ਼ ਤੋਂ ਬਾਹਰ ਸੀਗੇ ਉਦੋਂ, ਕਿ ਉਹਨਾਂ ਨੇ ਜੋ ਨੈਸ਼ਨਲ ਏਜੰਸੀਜ਼ ਦੇ ਥਰੂ ਇਹ ਸਾਬਤ ਕਰਨਾ ਹੈ ਔਰ ਕਰਨ ਦੀ ਕੋਸ਼ਿਸ਼ ਕੀਤੀ ਹੈ ਚਲਾਉਣ ਦੇ ਵਿੱਚ ਕਿ ਉਹ ਬਾਹਰ ਨਹੀਂ ਸੀਗੇ ਦੇਸ਼ ਤੋਂ, ਉਸ ਸਮੇਂ ਇੰਡੀਆ ਦੇ ਵਿੱਚ ਸੀਗੇ। ਔਰ ਜੇ ਇਹੋ ਜਿਹੀਆਂ ਟੈਕਨੀਕੈਲਿਟੀਜ਼ ਸਾਬਤ ਹੁੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਔਰ ਉਹ ਗੱਲ ਉਹਦੇ ਮੁਕਾਬਲੇ ਹਾਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਆਪਣੇ ਵੱਲੋਂ ਕਿਤੇ ਬਾਹਰ ਦੇ ਕੋਈ ਇਹੋ ਜਿਹੇ ਪੁਖਤਾ ਸਬੂਤ ਲਿਆਉਣ ਕਿ ਉਹ ਬਾਹਰ ਸੀਗੇ। ਇਹ ਹੁਣ ਅਦਾਲਤ ਨੇ ਦੇਖਣਾ ਕਿਹਦੀ ਗੱਲ ਸਹੀ ਹੈ ਕਿਹਦੀ ਨਹੀਂ ਹੈ। ਪਰ ਇੱਕ ਇੰਟਰਸਟਿੰਗ ਤਾਂ ਉਦੋਂ ਜ਼ਿਆਦਾ ਬਣੇ ਗਿਆ, ਮਤਲਬ ਲੱਗਦਾ ਇਹ ਹੈ ਕਿ ਜਿੰਨੀ ਫੈਕਚੁਅਲ ਪੋਜੀਸ਼ਨ ਜਿਹੜੇ ਇੱਕ ਦੋ ਵਕੀਲਾਂ ਨਾਲ ਗੱਲ ਹੋਈ ਜਿਹੜੇ ਟ੍ਰਾਇਲ ਕੋਰਟ 'ਚ ਜਾ ਰਹੇ ਨੇ ਲਗਾਤਾਰ, ਉਹਨਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਨਾਲੋਂ ਕੁੰਵਰ ਵਿਜੇ ਪ੍ਰਤਾਪ ਨਾਲੋਂ ਇਸ ਰਿਪੋਰਟ ਤੇ ਮਿਹਨਤ ਜ਼ਿਆਦਾ ਹੋਈ ਹੈ ਤੇ ਸੋਲਿਡ ਜਿਹੜੀਆਂ ਚੀਜ਼ਾਂ ਨੇ ਉਹ ਕੋਸ਼ਿਸ਼ ਕੀਤੀ ਗਈ ਹੈ ਮੁਕਾਬਲੇ। ਜਦੋਂ ਇਸ ਕੇਸ ਨਾਲ ਸੰਬੰਧਿਤ ਪਰਮਰਾਜ ਸਿੰਘ ਉਮਰਾ ਨੰਗਲ ਨਾਲ ਮੇਰੀ ਗੱਲ ਪਿਛਲੇ ਦਿਨਾਂ 'ਚ ਹੁੰਦੀ ਹੈ ਤਾਂ ਉਹ ਇਹ ਗੱਲ ਤਸਲੀਮ ਕਰਦੇ ਆ, ਮੰਨਦੇ ਆ ਕਿ ਇਸ SIT ਨੇ ਕੋਈ 250 ਦੇ ਕਰੀਬ ਸਵਾਲ ਉਹਨਾਂ ਨੂੰ ਵੀ ਭੇਜੇ ਸੀਗੇ, ਜਿਨ੍ਹਾਂ ਦਾ ਉਹਨਾਂ ਨੇ 50-50 ਦੇ ਕਰੀਬ ਕਰਕੇ ਆਨਸਰ ਭੇਜੇ। ਵੱਖ-ਵੱਖ ਲੋਕਾਂ ਨੂੰ ਸਵਾਲਾਂ ਦੀ ਇੱਕ ਲੰਬੀ ਚੌੜੀ ਫਹਿਰਿਸਤ ਭੇਜੀ ਗਈ। ਇਹਦਾ ਮਤਲਬ ਹੈ ਕਿ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਜੋੜਿਆ ਗਿਆ, ਕੜੀ ਤੋਂ ਕੜੀ ਬੜੇ ਸਾਵਧਾਨੀ ਨਾਲ ਜੋੜੀ ਗਈ ਹੈ। ਜਿਹੜਾ ਮੇਰਾ ਸਵਾਲ ਸੀ ਤੁਹਾਨੂੰ, ਉਹ ਮੇਰਾ ਇਹੀ ਸੀਗਾ ਕਿ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਵਾਲੀ ਚਾਰਜ ਸ਼ੀਟ ਤੇ ਉਹ ਸਾਰੀ ਰਿਪੋਰਟ ਹੀ ਖਾਰਜ ਹੋ ਗਈ ਸੀਗੀ, ਇਸ ਵਾਰੀ ਵੀ ਉਹ ਰਿਕੁਐਸਟ ਤਾਂ ਜਾਊਗੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਵੀ ਇਹ ਪਲੀ ਦਾ ਹੈਗਾ ਹਿੱਸਾ ਕਿ ਇਹਨੂੰ ਖਾਰਜ ਕੀਤਾ ਜਾਵੇ। ਇਹ ਹਾਈ ਕੋਰਟ ਦੇ ਵਿੱਚ ਵੀ ਖਾਰਜ ਕਰਵਾਉਣ ਲਈ ਵੀ ਜਾਇਆ ਜਾਊਗਾ ਅਗਾਊਂ ਜ਼ਮਾਨਤ ਦੇ ਨਾਲ ਜੇਕਰ 14 ਤਰੀਕ ਨੂੰ ਉਹ ਜ਼ਮਾਨਤ ਇੱਥੋਂ ਨਹੀਂ ਮਿਲਦੀ। ਅਗਲੀ ਗੱਲ ਵੀ ਬੜੀ ਅਹਿਮ ਆ, ਅੱਜ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰੀ ਦ੍ਰੋਪਦੀ ਮੁਰਮੂ ਅੰਮ੍ਰਿਤਸਰ 'ਚ ਸੀਗੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਆਏ ਸੀ। ਉਸ ਤੋਂ ਬਾਅਦ ਉਹ ਦੁਰਗਿਆਨਾ ਮੰਦਿਰ ਵੀ ਜਾਂਦੇ ਆ, ਫਿਰ ਰਾਮ ਤੀਰਥ ਸਥਲ ਤੇ ਵੀ ਜਾਂਦੇ ਨੇ। ਔਰ ਉਸ ਪੀਰੀਅਡ ਦੇ ਵਿੱਚ ਸਿੱਖਾਂ ਦੀਆਂ ਮੰਗਾਂ ਨਾਲ ਸੰਬੰਧਿਤ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ, ਉਹ ਕੀ ਦਿੰਦੇ ਆ ਜੀ, ਉਹ ਜ਼ਰਾ ਦੱਸਿਓ। ਅੱਜ ਜਦੋਂ ਰਾਸ਼ਟਰਪਤੀ ਗਏ ਨੇ ਦ੍ਰੋਪਦੀ ਮੁਰਮੂ ਔਰ ਭਗਵੰਤ ਮਾਨ, ਉਹਨਾਂ ਨੇ ਵੀ ਪਹਿਲੀ ਵਾਰ ਉਹਨਾਂ ਦਾ ਸਵਾਗਤ ਦੇ ਸੂਬੇ 'ਚ ਆਇਆਂ ਦਾ ਕੀਤਾ। ਪਹਿਲਾਂ ਇੱਕ ਉਹਨਾਂ ਤੇ ਐਲੀਗੇਸ਼ਨ ਜਾਇ ਲੱਗ ਰਿਹਾ ਸੀ, ਗਵਰਨਰ ਸਾਹਿਬ ਨੇ ਲਾਇਆ ਸੀ ਕਿ ਜਦੋਂ ਚੰਡੀਗੜ੍ਹ ਆਏ ਸੀ ਉਦੋਂ ਅਗਵਾਨੀ ਲਈ ਚੀਫ ਮਿਨਿਸਟਰ ਨਹੀਂ ਸੀ ਮੌਜੂਦ, ਉਹ ਗੁਜਰਾਤ 'ਚ ਸੀ। ਅੱਜ ਉਹ ਮੌਕਾ ਮੈਨੂੰ ਲੱਗਦਾ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਸੰਭਾਲਿਆ ਕਿ ਉਹ ਦਰਬਾਰ ਸਾਹਿਬ ਵੀ ਨਾਲ ਬੈਠੇ ਸੀ ਤੇ ਬਾਕੀ ਜਗ੍ਹਾ ਵੀ ਨਾਲ ਰਹੇ ਰਾਸ਼ਟਰਪਤੀ ਦੇ ਉਸ ਮਾਮਲੇ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ। ਜਿਹੜਾ ਸਵਾਲ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਉਹ ਬੜਾ ਅਹਿਮ ਇਸ ਕਰਕੇ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੇ ਮਾਮਲੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਆਪਣੇ ਵੱਲੋਂ ਆਪਣੀ ਆਵਾਜ਼ ਉਠਾਉਂਦੀ ਆ ਰਹੀ ਹੈ ਕਿ ਨਹੀਂ ਜੀ ਆਏ। ਇਸ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਨੇ ਵੀ ਇੱਕ ਕਮੇਟੀ ਬਣਾਈ, ਫਿਰ ਸੰਗਰੂਰ ਬਾਈ ਇਲੈਕਸ਼ਨ 'ਚ ਮੁੱਦਾ ਰਿਹਾ ਕਿ ਇੱਕ ਕੈਂਡੀਡੇਟ ਖੜਾ ਕਰ ਲਓ,
ਫਿਰ ਇਹਨਾਂ ਨੇ ਦਸਤਖਤੀ ਮੁਹਿੰਮ ਸਟਾਰਟ ਕੀਤੀ ਹੋਈ ਸੀ। ਹੁਣ ਕਹਿੰਦੇ ਅਸੀਂ ਇੰਨੇ ਕੁ ਦਸਤਖਤ ਜਿਹੜੇ 40-50 ਲੱਖ ਜਿੰਨੇ ਵੀ ਹੋਣਗੇ ਉਹ ਕਰਕੇ ਕੀਤਾ ਹੈ। ਪਰ ਉਹ ਦੇਣੇ ਕਿਹਨੂੰ ਨੇ, ਸਵਾਲ ਇਹ ਹੈ ਕਿ ਉਹ ਟਾਈਮ ਨਹੀਂ ਦਿੰਦਾ ਜਿਹਨੂੰ ਦੇਣੇ ਨੇ ਜਾ ਕੇ, ਮਤਲਬ ਉਹਦਾ ਕਰਨਾ ਕੀ ਹੈ, ਇਹ ਇੱਕ ਬੜਾ ਵੱਡਾ ਗੱਲ ਸੀ। ਜਿਵੇਂ ਪਹਿਲਾਂ ਵੀ ਆਪਣੀ ਗੱਲ ਹੋ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਵੀ ਉਦੋਂ ਟਾਈਮ ਨਹੀਂ ਦਿੱਤਾ, ਇੱਕ ਡੈਲੀਗੇਸ਼ਨ ਬੈਠ ਕੇ ਆ ਗਿਆ ਦਿੱਲੀ ਐਜ ਏ ਚੀਫ ਮਿਨਿਸਟਰ ਨੇ ਵੀ ਟਾਈਮ ਨਹੀਂ ਦਿੱਤਾ, ਨਾਲੇ ਪੰਜਾਬ 'ਚ ਵੀ ਉਹਨਾਂ ਦੀ ਸਰਕਾਰ ਹੈ ਤੇ ਉੱਥੇ ਵੀ ਹੈ, ਕਿਉਂਕਿ ਉਹਨਾਂ ਨਾਲ ਸੰਬੰਧਿਤ ਮਾਮਲਾ ਪ੍ਰੋਫੈਸਰ ਭੁੱਲਰ ਵਾਲਾ ਮਾਮਲਾ ਹੈਗਾ ਕਿ ਉਹਨੂੰ ਉੱਥੋਂ ਡਿਸਚਾਰਜ ਕਰਨ, ਕਿਸੇ ਨਾ ਕਿਸੇ ਤਰੀਕੇ ਨਾਲ ਛੱਡਿਆ ਜਾ ਸਕੇ। ਔਰ ਇਸੇ ਤਰੀਕੇ ਨਾਲ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਵੀ ਇਹਨਾਂ ਨੇ ਚਿੱਠੀ ਲਿਖੀ ਕਿ ਉਹ ਸਾਨੂੰ ਟਾਈਮ ਦੇ ਉਸ ਪੱਧਰ ਦੇ ਉੱਤੇ, ਉਹਨਾਂ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ। ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਔਰ ਕੋਰਟ, ਸੁਪਰੀਮ ਕੋਰਟ ਨੇ ਬਾਰ-ਬਾਰ ਕਿਹਾ, ਆਰਡਰ ਰਿਜ਼ਰਵ ਰੱਖਿਆ ਹੋਇਆ ਉਹ ਬਲਵੰਤ ਸਿੰਘ ਰਾਜੋਆਣਾ ਵਾਲਾ, ਜਿੱਥੇ ਹੋ ਚੁੱਕੀ ਆ ਬਾਕੀ ਚੀਜ਼ਾਂ ਨੇ ਕਿ ਉਹ ਜਿਹੜੀ ਤੁਸੀਂ ਕਿਉਂ ਨਹੀਂ ਛੇਤੀ ਦੱਸਦੇ ਕਿ ਉਹ ਜਿਹੜੀ ਕਮਿਊਟ ਕਰਨੀ ਹੈ ਕਿ ਨਹੀਂ ਕਰਨੀ, ਕਮਿਊਟ ਕਰਨੀ ਹੈ ਤਾਂ ਕੀ ਕਰਨਾ, ਜਿਹੜਾ ਉਹਨਾਂ ਦਾ ਸਜ਼ਾ ਫਾਂਸੀ ਦੀ ਸਜ਼ਾ ਸੀ ਜੀ। ਅੱਜ ਜਦੋਂ ਆਏ ਤਾਂ ਉਹ 2 ਮੈਮੋਰੰਡਮ ਦੇਣ ਚ ਸਫਲ ਹੋ ਗਏ। ਮਤਲਬ ਘੱਟੋ ਘੱਟ ਜਿਹੜੇ ਹੈਡ ਆਫ ਦੀ ਕੰਟਰੀ, ਜਿਹੜੇ ਸੰਵਿਧਾਨਕ ਮੁਖੀ ਨੇ ਕੰਟਰੀ ਦੇ, ਰਾਸ਼ਟਰਪਤੀ, ਤੇ ਉਹਨਾਂ ਤੱਕ ਉਹ 2 ਮੈਮੋਰੰਡਮ, ਅਲੱਗ-ਅਲੱਗ 2 ਮੈਮੋਰੰਡਮ ਦਿੱਤੇ ਗਏ ਨੇ ਬੰਦੀ ਸਿੰਘਾਂ ਦੇ ਨਾਮਾਂ ਸਮੇਤ, ਇੱਕ ਪੂਰੀ ਡਿਟੇਲ ਕਿ ਅਸੀਂ ਕੀ ਕਰ ਰਹੇ ਹਾਂ, ਕਿਵੇਂ ਸਿਗਨੇਚਰ ਮੁਹਿੰਮ ਚਲਾਈ ਹੈ, ਕਿਵੇਂ ਦੀ ਡਿਮਾਂਡ ਹੈ, ਉਹ ਸਾਰੀਆਂ ਚੀਜ਼ਾਂ ਨੇ। ਤੇ ਦੂਜਾ ਸਵਾਲ ਜਿਹੜਾ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦੇ 'ਚ ਇਹ ਅਪਰੋਚ ਹੈ ਕਿ ਸਿੱਖ ਜਿਹੜੇ ਇੱਕ ਬਾਰਡਰ ਸਟੇਟ ਵੀ ਹੈ, ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਜੇ ਸਰਕਾਰਾਂ ਕਰਨਗੀਆਂ ਇਸ ਤਰੀਕੇ ਦੇ ਨਾਲ ਤਾਂ ਬੜਾ ਜ਼ਿਆਦਾ ਮਾਹੌਲ ਖਰਾਬ ਹੋਣ ਦਾ ਚਾਂਸ ਨੇ। ਸਿੱਖ ਜਿਹੜੇ ਬਰਦਾਸ਼ਤ ਨਹੀਂ ਕਰ ਸਕਦੇ ਆਪਣੇ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਨੂੰ ਕਿਸੇ ਵੀ ਤਰੀਕੇ ਦੇ ਨਾਲ। ਔਰ ਹੁਣ ਟੈਕਨੀਕਲੀ ਪ੍ਰੋਬਲਮ ਇਹ ਵੀ ਨੇ, 2 ਸਮੱਸਿਆਵਾਂ ਸਾਡੇ ਉਹਨਾਂ ਦੇ ਸਾਹਮਣੇ ਨੇ। ਇੱਕ ਤਾਂ ਹੁਣ 2014 ਦਾ ਕਾਨੂੰਨ ਹੈ ਹਰਿਆਣੇ ਦਾ, ਸੁਪਰੀਮ ਕੋਰਟ ਨੇ ਉੱਤੇ ਮੋਹਰ ਲਾਤੀ ਹੈ, ਹਰਿਆਣੇ ਦੀ ਅਸੈਂਬਲੀ ਨੇ ਕੀਤਾ ਹੋਇਆ। ਉਸ ਕਾਨੂੰਨ ਦੇ ਮਾਮਲੇ 'ਚ ਕੀ ਕੀਤਾ ਜਾ ਸਕਦਾ, ਕੌਣ ਕਰ ਸਕਦਾ, ਰਾਸ਼ਟਰਪਤੀ ਕਰ ਸਕਦੇ ਨੇ ਜਾਂ ਕੋਈ ਹੋਰ ਕਰ ਸਕਦਾ। ਦੂਸਰਾ ਸਵਾਲ ਇਹ ਹੈ ਕਿ ਇੱਕ 1925 ਦਾ ਐਕਟ ਵੀ ਹੈ। 1925 ਦੇ ਐਕਟ ਦੇ ਮੁਤਾਬਕ ਹਰਿਆਣਾ ਨਾਲ ਸੀਗਾ ਉਦੋਂ ਤੱਕ ਤੇ ਵਿੱਚ ਬਣਾ ਲਿਆ ਸੀ, ਤੇ ਹਿਮਾਚਲ ਤੇ ਚੰਡੀਗੜ੍ਹ ਵੀ ਨਾਲ ਹੈਗਾ, 2 ਇੱਕ ਅਜੇ ਉਹਦੇ। ਇਹਦੇ 'ਚ ਕਲੈਰਿਟੀ ਕੌਣ ਦੇਗਾ? ਕੀ ਕੋਈ ਪਾਰਲੀਮੈਂਟ ਇਹਦੇ 'ਚ ਕੋਈ ਐਸਾ ਸੋਚੇ, ਡਿਸਕਸ਼ਨ ਕਰੇ ਤੇ ਇਹਨੂੰ ਕਰੇ, ਇਹਦੇ ਤੇ ਇਹਨੂੰ ਸੁਲਝਾਏ ਇਸ ਮਾਮਲੇ ਨੂੰ ਜਾਂ ਨਹੀਂ? ਮਾਮਲਾ ਫਸਿਆ ਤਾਂ ਲੱਗ ਹੀ ਰਿਹਾ। ਇੰਨੀ ਗੱਲ ਨਾਲ ਵੀ ਨਹੀਂ ਚੱਲਦਾ ਕਿ ਹਰਿਆਣੇ ਦਾ ਅਲੱਗ ਐਕਟ ਬਣ ਗਿਆ, ਤੁਸੀਂ ਮੰਨ ਲਓ, ਫਿਰ 25 ਵਾਲੇ ਦਾ ਕੀ ਕਰੋ? ਉਹਦੇ 'ਚ ਕੁਝ ਬਣਾਓ ਜਾਂ ਉਹਦੇ 'ਚ ਕੋਈ ਤਰਮੀਮ ਕਰੋ, ਕੋਈ ਕੁਛ ਕਰੋ ਜਾਂ ਕਿਸੇ ਲੈਵਲ ਦੀ, ਜਾਂ ਫਿਰ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੇ ਵੱਲ ਚੱਲ ਕੇ ਕੁਛ ਨਾ ਕੁਛ ਉਹਦਾ ਮਤਲਬ ਇਲਾਜ ਕਰੋ, ਜਾਂ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਜੇ ਤੱਕ ਨੇ, ਉਹ ਚੋਣਾਂ ਕਿਸ ਵਿਹਾਰ ਤੇ ਹੋਣਗੀਆਂ ਹਰਿਆਣਾ ਕੱਢ ਕੇ, ਤਾਂ ਨਵਾਂ ਇੱਕ ਪੈਟਰਨ ਸਿਰਜਣਾ ਪਏਗਾ ਜਿਹੜਾ ਸਿੱਖ ਕਮਿਸ਼ਨ ਬਣਦਾ ਜਿਹੜਾ ਗੁਰਦੁਆਰਾ ਚੋਣਾਂ ਦੇ ਵਾਸਤੇ, ਤੇ ਉਹ ਕਿਵੇਂ ਬਣਾਏਗਾ, ਉਹਦੇ ਕੋਲ ਕੀ ਆਇਆ ਹੁਣ ਤੱਕ ਕਿ ਉਹਦਾ ਦਾਇਰਾ ਇੰਨਾ ਰਹਿ ਗਿਆ ਤੇ ਕਿਸ ਲੈਵਲ ਤੇ ਚੋਣਾਂ ਹੋਣਗੀਆਂ, ਉਹਦੇ ਮੈਂਬਰ ਘਟ ਗਏ। ਜਿਵੇਂ ਅਜੀਬ ਜਿਹਾ ਕੁਐਸਚਨ ਨਾ ਇਹ ਜੰਮੂ ਕਸ਼ਮੀਰ ਵਰਗਾ ਹੋ ਗਿਆ, ਜਦੋਂ ਉਹਦਾ 47 ਤੋਂ ਬਾਅਦ ਜੰਮੂ ਕਸ਼ਮੀਰ ਦੀਆਂ 24 ਸੀਟਾਂ ਨਾ ਉਧਰ ਨੇ ਮਕਬੂਜ਼ਾ ਕਸ਼ਮੀਰ ਕੋਲ ਨੇ। ਜਦ ਵੀ ਚੋਣਾਂ ਹੋਈਆਂ ਨੇ ਹੁਣ ਜੰਮੂ ਕਸ਼ਮੀਰ ਦੀਆਂ ਤਾਂ ਇੱਕ ਨੋਟੀਫਿਕੇਸ਼ਨ ਖਾਸ ਤੌਰ ਤੇ ਅਲੱਗ ਕਰਨਾ ਪੈਂਦਾ ਕਿ ਜਿਹੜੀਆਂ 24 ਸੀਟਾਂ ਉੱਥੇ ਨੇ ਉਹ ਅਜੇ ਚੋਣਾਂ ਉਹਦੇ ਤੇ ਨਹੀਂ ਹੋ ਰਹੀਆਂ, ਉਹਨੂੰ ਅਸੀਂ ਵੈਕੈਂਟ ਛੱਡਦੇ ਹਾਂ। ਕੀ 1925 ਦੇ ਐਕਟ ਮੁਤਾਬਕ ਹੁਣ ਤੁਸੀਂ ਇਹ ਕਰਾਓਗੇ ਕਿ ਹਰਿਆਣੇ ਵਾਲੀਆਂ ਜੇ ਛੱਡ ਦੋ, ਉਹਨਾਂ ਦਾ ਅਲੱਗ ਐਕਟ ਬਣ ਗਿਆ ਜਦੋਂ ਵੀ ਕੋਈ ਨੋਟੀਫਿਕੇਸ਼ਨ ਵੋਟਾਂ ਦਾ ਆਏਗਾ? ਕੁਝ ਟੈਕਨੀਕਲ ਤੇ ਲੀਗਲ ਮਾਮਲੇ ਤਾਂ ਹੈਗੇ ਹੀ ਨੇ, ਪਰ ਸ਼੍ਰੋਮਣੀ ਕਮੇਟੀ ਨੇ ਇੱਕ ਰਾਹਤ ਦੀ ਸਾਹ ਜ਼ਰੂਰ ਲਈ ਹੈ ਕਿ ਉਹਨਾਂ ਦੇ ਵਿਹੜੇ 'ਚ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨੇ। ਔਰ ਖਾਸ ਤੌਰ ਤੇ ਇੱਕ ਹੋਰ ਵੀ ਗੱਲ ਹੈ ਕਿ ਜਿਹੜੇ ਰਾਸ਼ਟਰਪਤੀ ਨੇ ਉਹ ਵੀ ਇੱਕ ਖਾਸ ਉਹਨਾਂ ਦਾਇਰੇ 'ਚ ਉਹਨੇ ਟ੍ਰਾਈਬਲ ਮਤਲਬ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਦੇ ਤੌਰ ਤੇ ਆਉਂਦੇ ਨੇ। ਔਰ ਕਈ ਵਾਰ ਉਹਨਾਂ ਨੇ ਇਹੋ ਜਿਹੀ ਭੂਮਿਕਾ ਨਿਭਾਈ ਹੈ ਇਦੋਂ ਪਹਿਲਾਂ। ਉੱਥੇ 2 ਕਾਨੂੰਨਾਂ ਦਾ ਝਗੜਾ ਸੀ ਛੱਤੀਸਗੜ੍ਹ ਦੇ ਵਿੱਚ, ਝਾਰਖੰਡ ਦੇ ਵਿੱਚ, ਔਰ ਝਾਰਖੰਡ ਦੇ ਵਿੱਚ ਇਹ ਸੀ ਇੱਕ ਗਵਰਨਮੈਂਟ ਉੱਥੇ ਦੇ ਜਿਹੜੇ ਟ੍ਰਾਈਬਲ ਲੋਕ ਨੇ ਉਹਨਾਂ ਦਾ ਅਧਿਕਾਰ ਖਤਮ ਕਰਕੇ, ਕਾਨੂੰਨ 'ਚ ਅਮੈਂਡਮੈਂਟ ਕਰਕੇ, ਗ੍ਰਾਮ ਸਭਾ ਨੂੰ ਰੱਦ ਕਰਕੇ ਉੱਥੇ ਆਪਣੇ ਤਰੀਕੇ ਦੇ ਨਾਲ ਕਾਰਪੋਰੇਟ ਨੂੰ ਇਹ ਜਗ੍ਹਾ ਦੇ ਰਹੇ ਸੀ। ਤੇ ਇਹ ਉੱਥੇ ਸੀਗੇ ਐਜ ਏ ਗਵਰਨਰ ਵੀ, ਇਹਨਾਂ ਨੇ ਕਾਫੀ ਆਪਣਾ ਰੋਲ ਉੱਥੇ ਇੱਕ ਮਿਨਿਸਟਰ ਵੀ ਸੀਗੇ ਇਹ ਉਦੋਂ ਉਸ ਗਵਰਨਮੈਂਟ ਦੇ ਵਿੱਚ ਰਹੇ ਨੇ, ਬੀਜੇਪੀ ਦੀ ਗਵਰਨਮੈਂਟ ਦੇ ਵਿੱਚ। ਪਰ ਇਹਨਾਂ ਨੇ ਆਪਣਾ ਸਟੈਂਡ ਲਿਆ ਔਰ ਸਟੈਂਡ ਲੈ ਕੇ ਉਹ ਨੋਟੀਫਾਈ ਨਹੀਂ ਹੋਣ ਦਿੱਤੀਆਂ ਕਈ ਚੀਜ਼ਾਂ। ਮਤਲਬ ਕਈਆਂ ਦਾ ਲਗਾਅ ਹੁੰਦਾ ਆਪਣੇ ਪੱਧਰ ਤੇ, ਜਿਵੇਂ ਤਾਮਿਲਨਾਡੂ ਦੇ ਵਿੱਚ ਵੀ ਲੋਕ ਅੱਜ ਕੱਲ੍ਹ ਕਹਾਣੀ ਲਿਖ ਰਹੇ ਨੇ ਨਾ ਚੀਜ਼ਾਂ ਕਿ ਤਾਮਿਲਨਾਡੂ ਦੇ ਆਗੂ ਆ, ਇੱਕ ਵੱਡੇ ਐਕਟਰ ਦਾ ਵੀ ਉਹਨਾਂ ਦੇ ਅੱਜ ਕੱਲ੍ਹ ਵੀਡੀਓ 'ਚ ਚੱਲਦੀ ਹੈ ਵੀ ਚਾਹੇ ਮੈਂ ਹਿੰਦੀ ਫਿਲਮਾਂ 'ਚ ਵੀ ਕੰਮ ਕਰਦਾ, ਬਾਕੀ ਮੇਰੀ ਉਹਦਾ ਸੱਚ ਕਰਨਾਟਕਾ ਦੇ
ਮੇਰੀ ਕੰਨੜ ਭਾਸ਼ਾ ਨੂੰ ਜੇ 2 ਦਰਜੇ ਦਾ ਕਿਹਾ ਜਾਏਗਾ ਤਾਂ ਮੈਂ ਨਹੀਂ ਕਿਸੇ ਵੀ ਢੰਗ ਨਾਲ ਬਰਦਾਸ਼ਤ ਕਰੂੰਗਾ। ਤੇ ਕੁਝ ਰਾਸ਼ਟਰਪਤੀ ਇਹੋ ਜਿਹੇ ਨੇ, ਮਤਲਬ ਇਹਨਾਂ ਨੂੰ ਇਹ ਮੰਨਿਆ ਜਾ ਰਿਹਾ ਕਿ ਇਹ ਲੋਕਾਂ ਦੇ ਨੇੜੇ ਨੇ, ਹਾਰਟ ਦੇ ਤੌਰ ਤੇ ਦਿਲੋਂ ਨੇੜੇ ਨੇ, ਤਾਂ ਕਈ ਵਾਰ ਉਹੋ ਜਿਹੇ ਫੈਸਲੇ ਹੋ ਜਾਂਦੇ ਨੇ। ਉਸ ਐਲੀਟ ਕਲਾਸ ਚੋਂ ਨਹੀਂ ਆਏ, ਉਸ ਮਤਲਬ ਹਾਈ ਜੈਂਟਰੀ ਦੇ ਵਿੱਚੋਂ ਨਹੀਂ ਹੈ, ਤਾਂ ਸ਼ਾਇਦ ਸੁਪਰੀਮ ਕਮੇਟੀ ਨੂੰ ਇਹ ਵੀ ਲੱਗਦਾ ਹੋਵੇ ਕਿ ਉਹ ਸਾਡੇ ਦਰਦ ਨੂੰ ਜ਼ਿਆਦਾ ਪਛਾਣਨਗੇ ਸਿੱਖਾਂ ਦੇ ਨੂੰ, ਤੇ ਉਹ ਸ਼ਾਇਦ ਗਵਰਨਮੈਂਟ ਆਫ ਇੰਡੀਆ ਨੂੰ ਭੇਜਣਗੇ ਤਾਂ ਸਹੀ ਹੋ ਵੀ ਆਹ ਮਾਮਲਾ ਆਇਆ ਤੇ ਤੁਸੀਂ ਕੀ ਕਰਦੇ ਹੋ। ਤੇ ਜੇ ਰਾਸ਼ਟਰਪਤੀ ਭੇਜਦਾ ਉਹੀ ਜਿਹੜਾ ਉਹਨਾਂ ਕੋਲ ਮੈਮੋਰੰਡਮ ਗਿਆ ਤਾਂ ਲਾਜ਼ਮੀ ਹੈ ਗਵਰਨਮੈਂਟਾਂ ਨੂੰ, ਜਿਵੇਂ ਇੱਥੇ ਕਿਹਾ ਜਾਂਦਾ ਨਾ ਕਿ ਰਾਜਪਾਲ ਨੂੰ 167 ਦੇ ਤਹਿਤ ਪੰਜਾਬ ਦੇ ਚੀਫ ਮਿਨਿਸਟਰ ਨੂੰ ਸੂਚਨਾ ਦੇਣੀ ਚਾਹੀਦੀ ਹੈ, ਤਾਂ ਜੇ ਰਾਸ਼ਟਰਪਤੀ ਪੁੱਛਣਗੇ ਤਾਂ ਮੋਦੀ ਸਾਹਿਬ ਨੂੰ ਤੇ ਅਮਿਤ ਸ਼ਾਹ ਨੂੰ ਵੀ ਸੂਚਨਾ ਤਾਂ ਦੇਣੀ ਪਏਗੀ ਕੋਈ ਨਾ ਕੋਈ, ਤਾਂ ਅਗਲੇ ਘੱਟੋ ਘੱਟ ਗੱਲ ਸ਼ੁਰੂ ਹੋ ਜਾਂਦੀ। ਨਾਲੇ ਮੋਰ ਓਵਰ ਤੁਹਾਨੂੰ ਯਾਦ ਹੀ ਹੋਣਾ ਚੰਡੀਗੜ੍ਹ ਦਾ ਉਹ ਦ੍ਰਿਸ਼ ਜਦੋਂ ਅਕਾਲੀ ਦਲ ਪੂਰਾ ਇੱਟ ਖੜੱਕੇ 'ਚ ਸੀਗਾ ਬੀਜੇਪੀ ਨਾਲ, ਤੇ ਰਾਸ਼ਟਰਪਤੀ ਦੀ ਆ ਗਈ ਚੋਣ, ਤੇ ਇਹਨਾਂ ਨੇ ਕੋਰ ਕਮੇਟੀ 'ਚ ਫੈਸਲਾ ਕਰ ਲਿਆ, ਬੜੀ ਮੈਰਾਥਨ ਮੀਟਿੰਗ ਹੋਈ, ਸਹਿਮਤੀ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ। ਪਰ ਫਿਰ ਬਾਦਲ ਸਾਹਿਬ ਆਪ ਸੁਖਬੀਰ ਸਿੰਘ ਬਾਦਲ ਜਾ ਕੇ, ਜੇ ਮੈਂ ਗਲਤ ਨਹੀਂ ਤਾਂ ਯੂਟੀ ਰੈਸਟ ਹਾਊਸ ਦੇ ਵਿੱਚ ਦ੍ਰੋਪਦੀ ਮੁਰਮੂ ਜੀ ਨੂੰ ਮਿਲ ਕੇ ਆਏ ਤੇ ਉੱਥੇ ਉਹਨਾਂ ਨੂੰ ਸਮਰਥਨ ਦੇ ਕੇ ਆਏ। ਬਾਹਰ ਆ ਕੇ ਕਿਹਾ ਕਿ ਅਸੀਂ ਸਮਰਥਨ ਬੀਜੇਪੀ ਦਾ ਨਹੀਂ ਕਰ ਰਹੇ, ਕੈਂਡੀਡੇਟ ਦਾ ਕਰ ਰਹੇ ਹਾਂ, ਕਿਉਂਕਿ ਉਹ ਜਿਹੜੇ ਦੱਬੇ ਕੁਚਲਿਆਂ ਲਈ ਲੜ ਰਹੇ ਆ, ਦੱਬੇ ਕੁਚਲਿਆਂ ਚ ਆਉਂਦੇ ਆ, ਤੇ ਅਕਾਲੀ ਦਲ ਦਾ ਸਿਧਾਂਤ ਇਹੀ ਰਿਹਾ, ਸਾਡਾ ਜਿਹੜਾ ਮੂਲ ਉਦੇਸ਼ ਹੀ ਇਹੀ ਰਿਹਾ, ਗੁਰੂਆਂ ਦਾ ਵੀ ਇਹੀ ਫਲਸਫਾ ਰਿਹਾ। ਸੋ ਜਿਹੜੀ ਉਦੋਂ ਸਪੋਰਟ ਕੀਤੀ ਹੈ, ਜੇ ਕਿਤੇ ਕੰਮ ਆਵੇ ਸੁਖਬੀਰ ਸਿੰਘ ਬਾਦਲ ਹੁਣ ਕਿਤੇ ਮਿਲਣ ਚਲੇ ਜਾਣ, ਇਸ ਗੱਲ ਨੂੰ ਜੇਕਰ ਵੱਡੇ ਪੱਧਰ ਤੇ ਪੁਸ਼ ਕੀਤਾ ਜਾਵੇ ਅਕਾਲੀ ਦਲ ਵੱਲੋਂ, ਹਾਲਾਂਕਿ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਹੈ, ਕੋਰਟਾਂ ਕਚਹਿਰੀਆਂ ਬੰਦੇ ਦੀ ਜਾਨ ਕੱਢ ਕੇ ਰੱਖਦੀਆਂ, ਆਮ ਬੰਦੇ ਨੂੰ ਚੱਕਰ ਪੈ ਜੇ ਤਾਂ ਉਹ ਨਹੀਂ ਮਾਨ। ਇੱਥੇ ਇੱਕ ਵੱਡੀ ਪਾਰਟੀ ਦੇ ਵੱਡੇ ਆਗੂ ਨੂੰ, ਜਿਨ੍ਹਾਂ ਦਾ ਇੱਕ ਵੱਡੀ ਸਲਤਨਤ ਹੈ, ਇੱਕ ਵੱਡਾ ਔਰਾ ਹੈ, ਉਹਨਾਂ ਲਈ ਵੀ ਕਾਫੀ ਟਫ ਹੋਊਗਾ, ਤਕਲੀਫ ਤਾਂ ਆਉਂਦੀ ਹੈ। ਨਾਲ ਦੀ ਨਾਲ ਇੱਕ ਇੰਨੀ ਕੰਡੀਸ਼ਨ ਜ਼ਰੂਰ ਹੈ, ਜਦੋਂ ਡਾਕਟਰ ਮਨਮੋਹਨ ਸਿੰਘ ਤੁਹਾਡੀ ਕਮਿਊਨਿਟੀ ਚੋਂ ਪ੍ਰਧਾਨ ਮੰਤਰੀ ਬਣ ਰਹੇ ਸੀ ਉਦੋਂ ਵੋਟ ਪਾਉਣ ਨਹੀਂ ਨਾਲ ਗਏ ਨਾ। ਪ੍ਰੋਬਲਮ ਤਾਂ ਜੇ ਲੌਜਿਕ ਸੇਮ ਹੈ ਤਾਂ ਸੇਮ ਲੌਜਿਕ ਤੇ ਤਾਂ ਫਿਰ ਤੁਹਾਨੂੰ ਉਧਰ ਖੜਨਾ ਚਾਹੀਦਾ ਸੀ ਉਸੇ ਮਾਮਲੇ ਦੇ ਵਿੱਚ। ਇਸ ਲਈ ਹਾਲਾਤ ਦੇ ਮੁਤਾਬਕ ਪੋਲੀਟੀਕਲ ਸੂਟੇਬਿਲਟੀ ਦਾ ਗੱਲ ਹੈ, ਮਤਲਬ ਬਹੁਤ ਜ਼ਿਆਦਾ ਸਿਧਾਂਤਕ ਗੱਲ ਨਹੀਂ ਹੈ। ਤੁਸੀਂ ਉਹੀ ਜ਼ਿਕਰ ਕਰ ਰਹੇ ਹੋ ਨਾ, ਜਦੋਂ ਪਰਮਾਣੂ ਸਮਝੌਤੇ ਦੇ ਮਾਮਲੇ 'ਚ ਇੱਕ ਵਾਰੀ ਮਨਮੋਹਨ ਸਿੰਘ ਨੂੰ ਲੋੜ ਸਰਕਾਰ ਡਿੱਗਣ ਤੱਕ ਦੀ ਨੌਬਤ ਆ ਗਈ ਸੀ, ਇਹਨਾਂ 'ਚੋਂ ਮੇਰੇ ਖਿਆਲ ਲਿਬੜਾ ਹੀ ਇਕੱਲੇ ਰਹਿ ਗਏ ਸੀ, ਆਪਣੀ ਪਾਰਟੀ ਦੀ ਲੀਹ ਪਾੜ ਕੇ ਚਲੇ ਗਏ ਸੀ, ਇਹਨਾਂ ਨੇ ਉਹਦਾ ਵਿਰੋਧ ਕੀਤਾ ਸੀ ਨਾ ਡਾਕਟਰ ਮਨਮੋਹਨ ਸਿੰਘ। ਇਹਨਾਂ ਨੇ ਤਾਂ ਉਹਨਾਂ ਨੂੰ ਕੱਢਣ ਦੀ ਪ੍ਰੋਸੀਡਿੰਗ ਕੀਤੀ ਨਾ ਕਿ ਤੂੰ ਕਿਵੇਂ ਪਾਰਟੀ ਵਿਪ ਨੂੰ ਹੋ ਕੀਤਾ, ਮਤਲਬ ਉਲੰਘਣ ਕੀਤਾ, ਤੂੰ ਐਬਸੈਂਟ ਵੀ ਕਿਵੇਂ ਰਿਹਾ। ਉਹ ਇੱਕ ਅਲੱਗ ਗੱਲ ਸੀ। ਜੇ ਸਿੱਖ ਕਮਿਊਨਿਟੀ ਦੇ ਤੌਰ ਤੇ ਦੇਖਿਆ ਜਾਂਦਾ ਕਿ ਸਾਡਾ ਮਾਨ ਸਨਮਾਨ ਕੱਲਾ ਇਸ ਐਂਗਲ ਤੋਂ, ਮੈਨੂੰ ਨਹੀਂ ਲੱਗਦਾ, ਜਾਂ ਫਿਰ ਤੁਸੀਂ ਪਾਲਿਸੀ ਦੇ ਐਂਗਲ ਤੋਂ ਹੀ ਕਰੋ ਤੇ ਪਾਲਿਸੀ ਇੱਕ ਅਲੱਗ ਚੀਜ਼ ਹੁੰਦੀ ਹੈ। ਫਿਰ ਦੋਹਰੇ ਪੈਮਾਨਿਆਂ ਦੀ ਗੇਮ ਤਾਂ ਚੱਲਦੀ ਰਹਿੰਦੀ ਆ, ਅੱਜ ਕੱਲ ਵੀ ਚੱਲ ਰਹੀ ਆ। ਆਪਾਂ ਆਖਰ ਦੇ ਵਿੱਚ ਚੱਲਦੇ ਆ ਵਿਧਾਨ ਸਭਾ ਦੋਸਤੋ ਤੁਹਾਨੂੰ ਲੈ ਕੇ। ਸਰਦਾਰ ਹਰਮੀਤ ਸਿੰਘ ਜੀ ਨੇ ਨਜ਼ਰ ਟਿਕਾਈ ਹੋਈ ਸੀ, ਰਾਜਾ ਵੜਿੰਗ ਵੀ ਕਦੇ ਉੱਪਰ ਕਦੇ ਥੱਲੇ, ਥੋੜੇ ਜਿਹੇ ਉਹ ਪੋਲਾਈਟ ਹੁੰਦੇ ਆ, ਫਿਰ ਅਗਲੇ ਬੰਨਿਓ ਜਵਾਬ ਨਹੀਂ ਆਉਂਦਾ। ਮੈਨੂੰ ਲੱਗਦਾ ਜਦੋਂ ਉਹ ਬਹੁਤ ਇੱਜ਼ਤ ਕਰਨ ਪੈਂਦੇ ਆ ਮੁੱਖ ਮੰਤਰੀ ਸਾਹਿਬ ਦੀ, ਉਦੋਂ ਅਗਲੇ ਬੰਨਿਓ ਪੈਂਦੇ ਨੇ ਉੱਡ ਉੱਡ ਕੇ। ਉਹ ਸੱਤਾਧਾਰੀ ਨਹੀਂ ਮੰਨਦੇ, ਉਹ ਕਹਿੰਦੇ ਸਾਨੂੰ ਤੁਸੀਂ ਨਾ ਜੀ ਉਹ ਮੱਖਣ ਮੁੱਖਣ ਜਿਹਾ ਨਾ ਲਾਓ, ਸਾਨੂੰ ਪਤਾ ਤੁਸੀਂ ਕੀ ਕਰਦੇ ਹੋ। ਅਮਨ ਕਾਨੂੰਨ ਤੇ ਪਿਆ ਰੌਲਾ, ਤੇ ਹੋਰ ਮਾਮਲੇ ਜਿਹੜੇ ਆਏ ਨੇ ਅੱਜ ਤੁਸੀਂ ਧਿਆਨ ਨਾਲ ਦੇਖੇ ਨੇ, ਜੇ ਸਾਂਝ ਪਵਾ ਦਿਓ ਤਾਂ ਬੜਾ ਵਧੀਆ ਰਹੇਗਾ। ਮਾਮਲੇ ਕਈ ਆਏ, ਪਰ ਜ਼ਿਆਦਾ ਜਿਹੜਾ ਰੌਲਾ ਰੱਪਾ ਅਮਨ ਕਾਨੂੰਨ ਤੇ ਹਾਲਤ ਤੇ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਰਿਲੇਟਡ ਤੇ ਬਾਕੀ ਦੇ ਜਿਹੜੇ ਕਤਲ ਨੇ ਉਹਨਾਂ ਤੇ, ਜਾਂ ਮਾਹੌਲ ਜਿਹੜਾ ਬਣ ਰਿਹਾ, ਈਵਨ ਅੰਮ੍ਰਿਤਪਾਲ ਦਾ ਨਾਮ ਵੀ ਬਾਰ-ਬਾਰ ਰਾਜਾ ਵੜਿੰਗ ਨੇ ਤਾਂ ਉਸ ਲੈਵਲ ਤੇ ਲਿਆ। ਇੱਕ ਗੱਲ ਬਾਹਰ ਬੀਜੇਪੀ ਨੇ ਵੀ ਅੱਜ ਰੈਲੀ ਕੀਤੀ, ਮਤਲਬ ਉਧਰ ਨੂੰ ਵਿਧਾਨ ਸਭਾ ਦਾ ਘਰਾਓ ਕਰਨ ਦੀ, ਇਸੇ ਲਾ ਐਂਡ ਆਰਡਰ ਤੇ ਅੰਮ੍ਰਿਤਪਾਲ ਦੇ ਮੁੱਦੇ ਤੇ। ਉਹਨਾਂ ਤੇ ਪਾਣੀ ਦੀਆਂ ਵਿਛੂੜਾ ਵੀ ਪਈਆਂ, ਪਰ ਉਹ ਵਿਧਾਨ ਸਭਾ ਦੇ ਬਾਹਰ ਦਾ ਸੀਨ ਇੱਕ ਚੱਲਿਆ, ਆਪਣੇ 37 ਸੈਕਟਰ ਦਫ਼ਤਰ 'ਚ ਇਕੱਠੇ ਹੋ ਕੇ ਕਾਫੀ ਭਾਸ਼ਣਬਾਜ਼ੀ ਉੱਥੇ ਵੀ। ਜਾਖੜ ਦੇ ਖਾਸ ਤੌਰ ਤੇ, ਜਿਵੇਂ ਸੁਨੀਲ ਜਾਖੜ ਨੇ ਉੱਥੇ ਜ਼ਿਆਦਾ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ, ਵੈਸੇ ਦੁਨੀਆ ਦੇ ਵਿੱਚ ਹੀ ਉਹਦੀ ਚੱਲਦੀ ਹੈ ਜਿਹਦੇ ਕੋਲ ਜਾਨ ਹੈ, ਜਿਹਦੇ ਕੋਲ ਬਾਹੂਬਲ ਹੈ, ਤੇ ਅੰਮ੍ਰਿਤਪਾਲ ਫਿਰ ਰਿਹਾ। ਪਰ ਇੱਥੇ ਗੱਲ ਕਹਿੰਦਾ ਹੋਰ ਹੈ, ਅੰਮ੍ਰਿਤਪਾਲ ਦਾ ਬਾਹੂਬਲ ਨਹੀਂ ਹੈ। ਸਾਡੇ ਜਿਹੜੇ ਵਿਚਾਰੇ ਜਿਨ੍ਹਾਂ ਕੋਲ ਸਰਕਾਰ ਹੈ, ਇਹਨਾਂ ਦੀਆਂ ਬਾਹਾਂ 'ਚ ਜਾਨ ਹੈ ਨਹੀਂ ਬਿਲਕੁਲ ਜੀ। ਜੇ ਸਾਹਮਣੇ ਵਾਲੇ ਤਕੜੇ ਹੋਣ ਤਾਂ ਆਟੋਮੈਟਿਕਲੀ ਇਹ ਚੀਜ਼ਾਂ ਮੈਨੇਜ ਹੋ ਜਾਂਦੀਆਂ ਨੇ। ਇਹ ਬਾਹਰ ਦੇ ਭਾਸ਼ਣ ਜਿਹੜੇ ਬੀਜੇਪੀ ਦੇ ਨੇ, ਪਰ ਅੰਦਰ ਜਿਹੜਾ ਇੱਕ ਇਸ਼ੂ ਸੀਰੀਅਸਲੀ ਸਾਰੀ ਆਪੋਜੀਸ਼ਨ ਨੇ ਉਠਾਇਆ, ਮਤਲਬ ਪ੍ਰਤਾਪ ਸਿੰਘ ਬਾਜਵਾ ਨੇ ਵੀ ਤੇ ਬਾਕੀ ਦੇ ਬੰਦਿਆਂ ਨੇ ਵੀ, ਉਹ ਸਾਰਾ ਮਾਮਲਾ ਉਹਦੇ 'ਚ ਉਹਨਾਂ ਨੇ ਇਹ ਬਾਰ-ਬਾਰ ਕੀਤਾ, ਨਾਂ ਲੈ ਕੇ ਕੀਤਾ। ਪਹਿਲਾਂ ਬਾਹਰ ਥੋੜਾ ਜਿਹਾ ਇਹ ਗੱਲ ਕੀਤੀ ਸੀ, ਔਰ ਉਹ ਇਹ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਆਇਆ ਸੀ। ਪਹਿਲੀ ਗੱਲ,
ਚੀਫ ਮਿਨਿਸਟਰ ਨੇ ਉਹਨਾਂ ਨੂੰ ਟਾਈਮ ਦੇਣਾ ਵੀ 10 ਮਿੰਟ ਲਈ ਮਿਲਣਾ ਵੀ ਗਵਾਰਾ ਨਹੀਂ ਸਮਝਿਆ, ਜਿਹੜਾ ਕਿ ਗਲਤ ਗੱਲ ਆ। ਹੁਣ ਤੁਸੀਂ ਕਹਿੰਦੇ ਹੋ ਮੈਂ ਹਰ ਇੱਕ ਨੂੰ ਮਿਲਦਾ ਜਾਂ ਫਲਾਨਾ ਕਰਦਾ, ਤੇ ਕੁਲਦੀਪ ਸਿੰਘ ਢਾਲੀਵਾਲ ਗਏ, ਉਹਨਾਂ ਨੇ 20 ਤਰੀਕ ਤੋਂ ਬਾਅਦ ਕਿਹਾ ਕਿ ਅਸੀਂ ਤੁਹਾਨੂੰ ਬੁਲਾਵਾਂਗੇ। ਉਹ ਕਹਿੰਦੇ 20 ਤੋਂ ਕੀ ਬਾਅਦ ਪਿਆ ਸੀ, ਇੱਥੇ ਵਿੱਚ ਵੀ ਤਾਂ ਬੈਠ ਕੇ ਬੁਲਾ ਹੀ ਰਹਿੰਦੇ, ਉਹ ਵੀ ਤਾਂ ਐਬਸੈਂਟ ਕਹਿੰਦੇ ਕਾਫੀ ਰਹਿੰਦੇ ਨੇ ਸਦਨ ਚੋਂ ਭਗਵੰਤ ਮਾਨ, ਜਿਹੜਾ ਬੈਠਦੇ ਨੇ ਬਹੁਤੇ ਜ਼ਿਆਦਾ ਉੱਥੇ ਉਹਨਾਂ ਤਰੀਕੇ ਦੇ ਨਾਲ। ਤੇ ਨਾਲ ਦੀ ਨਾਲ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਕਿ ਜਿਹੜਾ ਉਹਨਾਂ ਦੀ ਸੰਤੁਸ਼ਟੀ ਨਹੀਂ ਹੈ, ਸੰਤੁਸ਼ਟੀ ਇਸ ਕਰਕੇ ਨਹੀਂ ਹੈ ਕਿ ਜਿਹੜਾ ਉਹ ਇੱਕ ਪਹਿਲੂ ਹੈ, ਉਹ ਬਾਰ-ਬਾਰ ਕਹਿੰਦੇ ਆ ਰਹੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ, ਕਿ ਜਿਨ੍ਹਾਂ ਨੇ ਇਹ ਇਨਫੋਰਮੇਸ਼ਨ ਲੀਕ ਕੀਤੀ, ਸੂਚਨਾ ਲੀਕ ਕੀਤੀ ਕਿ ਸਿਕਿਉਰਿਟੀ ਵਿਡਰਾ ਕਰ ਲਈ ਗਈ ਹੈ, ਵਾਪਸ ਲੈ ਲਈ ਗਈ ਹੈ, ਉਹਨਾਂ ਨੂੰ ਕਿਉਂ ਅਰੈਸਟ ਨਹੀਂ ਕੀਤਾ ਜਾਂਦਾ, ਕਿਉਂ ਪੁੱਛਗਿੱਛ ਨਹੀਂ ਹੁੰਦੀ। ਤਾਂ ਅੱਜ ਉਹਨਾਂ ਨੇ ਨਾਮ ਲੈ ਕੇ ਬਾਰ-ਬਾਰ ਕਿਹਾ ਕਿ ਜਿਹੜੇ ਬਲਤੇਜ ਪੰਨੂ ਨੇ ਉਹਨਾਂ ਨੂੰ ਜਿਹੜੇ ਐਡਵਾਈਜ਼ਰ ਨੇ ਚੀਫ ਮਿਨਿਸਟਰ ਦੇ, ਉਹਨਾਂ ਨੂੰ ਬਰਖਾਸਤ ਕੀਤਾ ਜਾਏ, ਅਰੈਸਟ ਕੀਤਾ ਜਾਏ, ਤੇ ਨਾਲ ਉਹਨਾਂ ਦੇ ਮਤਲਬ ਜਾਂਚ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏ, ਤੇ ਨਾਲ ਉਹਨਾਂ ਤੇ 120(b) ਦਾ ਪਰਚਾ ਦਰਜ ਕੀਤਾ ਜਾਏ। ਇਹ ਉਹਨਾਂ ਨੇ ਮਤਲਬ ਮੰਗ ਕੀਤੀ ਹੈ, ਜਿਹੜੇ ਕਾਂਗਰਸੀ ਸਾਰੇ ਓਵਰਆਲ ਉਹ ਗੱਲ ਕਰ ਰਹੇ ਸੀ। ਫਿਰ ਬਾਕੀ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ, ਜਿਵੇਂ ਰਾਜਾ ਵੜਿੰਗ ਨੇ ਵੀ ਖਾਸ ਤੌਰ ਤੇ ਹਥਿਆਰਾਂ ਤੇ ਗੱਲ ਉਹਦੀ ਕੀਤੀ ਅੰਮ੍ਰਿਤਪਾਲ ਵਾਲਿਆਂ ਤੇ, ਕਿ ਹਥਿਆਰ ਨਿੱਜੀ ਹੋਣਾ ਹੀ ਨਹੀਂ ਚਾਹੀਦਾ, ਸਾਰੇ ਵਾਪਸ ਲੈ ਲਓ, ਮੇਰੇ ਕੋਲ ਵੀ 2 ਨੇ, ਪਤਾ ਨਹੀਂ ਐ ਚੱਲਦੀ ਤਾਂ ਕੋਈ ਗੱਲ ਨਹੀਂ, ਜੇ ਕਿਸੇ ਨੂੰ ਸਿਕਿਉਰਿਟੀ ਦਾ ਖਤਰਾ ਉਹ ਸਟੇਟ ਨੂੰ ਅਪਲਾਈ ਕਰੇ, ਸਟੇਟ ਸਿਕਿਉਰਿਟੀ ਦੇਗੀ ਜਾਂ ਜੋ ਵੀ, ਉਸ ਲੈਵਲ ਦੀ ਉਹਨਾਂ ਦੀਆਂ ਗੱਲਾਂ। ਪਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਨੇ ਇੱਕ ਡਿਫੈਂਸ, ਅੱਜ 2 ਬੰਦੇ ਨਾਲ ਡਿਫੈਂਸ ਕਰਨ ਦੀ ਟਰਾਈ ਕੀਤੀ, ਪਤਾ ਨਹੀਂ ਕਿੰਨਾ ਹੋਇਆ ਕਿੰਨਾ ਨਹੀਂ। ਇੱਕ ਗੁਰਮੀਤ ਸਿੰਘ ਹੇਅਰ, ਉਹਨੇ ਇੱਕ ਡਾਟਾ ਲਿਆਂਦਾ ਪਿਛਲੇ, ਉਹ ਕਹਿੰਦਾ ਮੇਰੇ ਕੋਲ 10 ਸਾਲ ਦਾ ਡਾਟਾ ਹੈ ਕਿ ਜਿਹੜਾ ਕ੍ਰਾਈਮ ਰੇਟ ਹੈ, ਜਿਹੜੇ ਕਤਲਾਂ ਦੀ ਗੱਲ ਹੈ, ਸਾਡੇ ਰਾਜ 'ਚ ਸੈਕੰਡ ਲੋਐਸਟ ਹੈ। ਕਹਿੰਦਾ 2017 'ਚ ਸਾਡੇ ਤੋਂ ਘੱਟ ਹੋਏ ਸੀ, 617 ਤੋਂ 75 ਤੋਂ ਘੱਟ, ਐਵਰੇਜ 2 ਦੇ ਨੇੜੇ ਤੇੜੇ, 1.5 ਦੇ ਨੇੜੇ ਤੇੜੇ, 1.25 ਕਤਲ ਪੈਂਦੇ ਨੇ ਸਾਲ 'ਚ ਹੁੰਦੇ ਰਹੇ ਨੇ। ਦੂਜਿਆਂ ਦੇ 2 ਤੋਂ ਟੱਪ ਜਾਂਦੀ ਰਹੀ ਹੈ, ਜਿਹੜੇ ਬਾਕੀ ਦੇ ਸਾਲ ਨੇ ਐਵਰੇਜ ਕਤਲਾਂ ਦੀ, ਜਿਹੜੇ ਕਤਲ ਹੁੰਦੇ ਨੇ। ਹੁਣ ਸਭ ਤੋਂ ਬੜਾ ਕੁਐਸਚਨ ਇਹ ਹੋ ਜਾਂਦਾ ਕਿ ਕਤਲ ਕਿਸ ਨੇਚਰ ਦੇ ਹੁੰਦੇ ਨੇ, ਕਤਲਾਂ ਦਾ ਮਤਲਬ ਕਿਹੋ ਜਿਹਾ ਮਾਮਲਾ ਹੈ, ਕੀ ਗੈਂਗਸਟਰ ਵਾਲੇ ਮਤਲਬ ਟਾਰਗੇਟਡ ਕਤਲ ਹੁੰਦੇ ਨੇ, ਕੁਝ ਖਾਸ ਹੋ ਕੇ ਇੱਕ ਜਨਰਲ ਲੜਾਈਆਂ 'ਚ ਕਤਲ ਹੁੰਦੇ ਨੇ। ਜਿਹੜੇ ਕਤਲ ਤਾਂ ਕਈ ਟਾਈਪ ਦੇ ਹੁੰਦੇ ਨੇ, ਇੱਕ ਸੁਭਾਵਕ ਆਪਣੇ ਤਰੀਕਿਆਂ ਨਾਲ ਵੀ ਹੋ ਜਾਂਦੇ ਨੇ, ਇੱਕ ਹੁੰਦੇ ਨੇ ਉਹ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਉਹ ਕਰਦੇ ਨੇ, ਜਿਹੜੇ ਇੱਕ ਟਾਰਗੇਟਡ ਕਤਲ ਹੁੰਦੇ ਨੇ, ਤੇ ਫਿਰ ਉਹ ਬੰਦੇ ਫੜੇ ਵੀ ਨਾ ਜਾਣ, ਫਿਰ ਉਹਨਾਂ ਨੂੰ ਸਜ਼ਾ ਵੀ ਨਾ ਹੋਵੇ, ਉਹ ਜ਼ਿਆਦਾ ਪਰੇਸ਼ਾਨ ਕਰਦੇ ਨੇ। ਆ ਜਿਹੜਾ ਐਵਰੇਜ ਕੱਢਣ ਦੇ ਤਰੀਕੇ ਨੇ, ਮੈਨੂੰ ਲੱਗਦਾ ਇਹ ਡੁਬੋ ਦਿੰਦੇ ਨੇ, ਜਿਵੇਂ ਉਹ ਇੱਕ ਚੁਟਕਲਾ ਵੀ ਸੁਣਾਉਂਦੇ ਨੇ ਨਾ, ਕੋਈ 4 ਫੁੱਟ ਦਾ, 4.5 ਦਾ, 5 ਦਾ, 6 ਦਾ ਨਦੀ ਪਾਰ ਕਰਨੀ ਸੀ ਇੱਕ ਪਰਿਵਾਰ ਵਾਲਿਆਂ ਨੇ, ਉਹਨੇ ਐਵਰੇਜ ਕੱਢ ਕੇ ਸ਼ੁਰੂ ਕਰਤੀ ਨਦੀ ਪਾਰ ਕਰਨ ਵਾਲੀ, ਉਹ ਸਾਰੇ ਛੋਟੇ ਡੁੱਬਣੇ ਹੀ ਸੀ ਵਿਚਾਰੇ ਐਵਰੇਜ ਦੇ ਵਿੱਚ ਜਾ ਕੇ, ਬਾਕੀ ਤਾਂ ਹੋਣਾ ਹੀ ਨਹੀਂ ਸੀ, ਕਿਉਂਕਿ ਉਹਨਾਂ ਤੋਂ ਤਾਂ ਉੱਪਰ ਹੀ ਆ ਨਾ ਪਾਣੀ ਤੇ। ਤੁਸੀਂ ਇਹ ਤਾਂ ਗੱਲ ਨਹੀਂ ਕਰ ਸਕਦੇ ਕਿ ਪਾਣੀ ਇੰਨਾ ਛੋਟੇ ਲਈ ਉਹਨਾਂ ਕਾ ਠੀਕ ਹੈ, ਵੱਡੇ ਲਈ ਨਹੀਂ ਆ ਉਹ ਪਾਣੀ, ਉਹਨਾਂ ਇਕੱਲੇ ਬੰਦੇ ਲਈ ਨਿਕਲਣ ਦੇ ਵਾਸਤੇ। ਔਰ ਉਹਨੂੰ ਮੇਰੇ ਖਿਆਲ ਨਾਲ ਸੀਰੀਅਸ ਡਿਬੇਟ ਦਾ ਹਿੱਸਾ ਬਣਾਉਣਾ ਚਾਹੀਦਾ ਕਿ ਸਾਡੇ ਹਾਲਾਤ ਇਹੋ ਜਿਹੇ ਕਿਉਂ ਨੇ। ਇਹਦੀ ਬਜਾਏ ਜਿਹੜੀ ਤੋਹਮਤਬਾਜ਼ੀ ਹੈ ਇਕੱਲੀ, ਲਾਈਨ ਆਰਡਰ ਤੇ ਤੁਸੀਂ 2 ਘੰਟੇ ਬਹਿਸ ਰੱਖ ਲਓ, ਬਹਿਸ ਰੱਖ ਕੇ ਆਪਸ ਦੇ ਵਿੱਚ ਇੱਕ ਗੱਲਬਾਤ ਕਰ ਲਓ ਸਲੀਕੇ ਨਾਲ, ਕਿਸੇ ਕੋਲ ਕੋਈ ਮਤਲਬ ਲੌਜਿਕ ਜ਼ਿਆਦਾ ਹੈ ਤਾਂ ਉਹ ਦੇ ਬਾਕੀ ਦੀਆਂ ਚੀਜ਼ਾਂ ਨੇ। ਇੱਥੇ ਪਹਿਲਾਂ ਵੀ ਇਸ ਅਸੈਂਬਲੀ 'ਚ ਹਰ ਗਵਰਨਮੈਂਟ ਵੇਲੇ ਲਾ ਐਂਡ ਆਰਡਰ ਤੇ ਬਹਿਸ ਹੁੰਦੀ ਰਹੀ ਹੈ, ਐ ਨਹੀਂ ਕਿ ਇਕੱਲੀ ਗਵਰਨਮੈਂਟ ਦਾ ਕੁਐਸਚਨ ਹੈ। ਜਿਹੜੀ ਵੀ ਗਵਰਨਮੈਂਟ ਆਈ ਹੈ, ਕਦੇ ਅੱਧਾ ਘੰਟਾ, ਕਦੇ ਘੰਟਾ ਰੱਖ ਲੈਂਦੇ ਸੀ, ਲੋਕ ਰੌਲਾ ਪਾਉਂਦੇ ਸੀ, ਚਲੋ ਜੀ। ਔਰ ਇਹਨਾਂ ਤੱਥਾਂ ਤੇ ਵੀ ਸਰਕਾਰ ਕੋਲ ਤੱਥ ਕਾਫੀ ਹੁੰਦੇ ਨੇ, ਐਸੀ ਗੱਲ ਨਹੀਂ ਹੈ ਕਿ ਨਹੀਂ ਹੁੰਦੇ, ਜੇਕਰ ਤੁਸੀਂ ਕਾਬਲੀਅਤ ਦੇ ਨਾਲ ਆਪਣੀ ਗੱਲ ਕਰੋ ਜਾਂ ਬਾਕੀ ਦੀਆਂ। ਇਹ 'ਚ ਡਰ ਨਹੀਂ ਉਸ ਲੈਵਲ ਦਾ ਹੋਣਾ ਚਾਹੀਦਾ। ਇੱਕ ਤਾਂ ਇਹ ਸਵਾਲ ਜਿਹੜਾ ਲਗਾਤਾਰ ਉੱਠਿਆ ਬੜੇ ਵੱਡੇ, ਦੂਜਾ ਅਮਨ ਅਰੋੜਾ ਨੇ ਇਹਨੂੰ ਡਿਫੈਂਡ ਕਰਨ ਦੀ ਟਰਾਈ ਕੀਤੀ ਆਪਣੇ ਨੂੰ। ਅਮਨ ਅਰੋੜਾ ਬਾਕੀ ਗੱਲਾਂ ਠੀਕ ਕਰ ਰਿਹਾ ਸੀ, ਮਤਲਬ ਵੀ 40 ਮਤਲਬ ਟੋਟਲ ਨੇ ਜੀ ਜਿਹੜੇ ਨੋਮੀਨੇਟਡ ਨੇ, ਕੇਸ 'ਚ ਨਾਮਜ਼ਦ ਨੇ, 29 ਅੰਦਰ ਨੇ, 6 ਅਜੇ ਬਾਹਰ ਨੇ ਵਿਦੇਸ਼ 'ਚ, ਉਹਨਾਂ ਨੂੰ ਕਿਵੇਂ ਲਿਆਵਾਂਗੇ, 3 ਅਜੇ ਪੈਂਡਿੰਗ ਪਏ ਨੇ ਜਿਹੜੇ ਬਾਕੀ ਦੇ ਕੇਸ, ਉਸ ਲੈਵਲ ਦੀਆਂ ਚੀਜ਼ਾਂ ਨੇ, ਉਹ ਸਾਰਾ ਤੁਸੀਂ ਦੇ ਰਹੇ ਹੋ। ਪਰ ਨਾਲ ਨਾਲ ਜਿਹੜੀ ਤੁਸੀਂ ਸ਼ਬਦ ਕਹਿ ਜਾਂਦੇ ਹੋ ਨਾ ਕਦੇ ਕਦੇ, ਇੱਕ ਔਰ ਸਲਿਪ ਹੋਈ ਜ਼ਬਾਨ ਵੀ ਜਾਂ ਸ਼ਬਦ ਕਹੇ, ਉਹ ਕਹਿੰਦੇ ਬਾਹਲੀ ਬੜੀ ਗੱਲ ਨਹੀਂ ਹੁੰਦੀ। ਜਿਹੜਾ ਤੁਸੀਂ ਕਹਿੰਦੇ ਹੋ ਨਾ ਇਨਫੋਰਮੇਸ਼ਨ ਲੀਕ ਹੋਊਗੀ, ਇਹ ਕਿਹੜਾ ਰਾਕਟ ਸਾਇੰਸ ਹੈ, ਤਾਂ ਹੋ ਹੀ ਜਾਂਦੀ ਹੁੰਦੀ ਹੈ, ਕਈ ਵਾਰ ਲੋਕਾਂ ਤੱਕ ਜਾਣੀ ਹੁੰਦੀ ਹੈ। ਇਹ ਜਿਹੜੀ ਮਾਮਲੇ ਨੇ, ਇਹਨੇ ਹੋਰ ਜ਼ਿਆਦਾ ਬਲਦੀ ਤੇ ਤੇਲ ਨਾ, ਜਿਵੇਂ ਗੱਲ ਕਰਦੇ ਵੀ ਇਹਦਾ ਮਤਲਬ ਤੁਸੀਂ ਬੰਦੇ ਨੂੰ ਬਚਾ ਰਹੇ ਹੋ, ਨਾ ਕਿ ਤੁਸੀਂ ਹੋਰ ਕਰਦੇ ਹੋ। ਹਾਲਾਂਕਿ ਸਲੀਕੇ ਨਾਲ ਇਹੋ ਜਿਹੀ ਗੱਲ ਕਹਿਣ ਕੇ ਬਚਣ ਤੋਂ ਬਿਨਾਂ ਤੁਸੀਂ ਕਹਿ ਸਕਦੇ ਹੋ ਵੀ ਟ੍ਰਾਇਲ ਚੱਲੂਗਾ ਜੀ, ਸਾਰੇ ਬੰਦੇ ਗੱਲ ਕਰਨਗੇ, ਇਨਵੈਸਟੀਗੇਸ਼ਨ ਅਸੀਂ ਕਰਾਵਾਂਗੇ, ਇਹਨੂੰ ਅੰਤਮ ਜਿੱਥੇ ਤੱਕ ਜਾਊਗਾ ਉੱਥੇ ਤੱਕ ਲੈ ਕੇ ਜਾਵਾਂਗੇ। ਪਰ ਇਹ ਜਿਹੜਾ ਮੁਹਾਵਰਾ ਇੰਨਾ ਕੁ ਹੁੰਦਾ ਸੀ ਜਿਹੜਾ ਇਸ ਲੈਵਲ ਤੇ, ਜਿਵੇਂ ਜੀਰੇ ਵਾਲੇ ਬਾਰੇ ਵੀ ਅਮਨ ਅਰੋੜਾ ਨੇ ਇੱਕ ਵਾਰ ਕਹਿਤਾ ਸੀ ਨਾ ਉੱਥੇ, ਵੀ ਐ ਅਸੀਂ ਫੈਕਟਰੀਆਂ ਬੰਦ ਕਰਨ ਲੱਗੇ, ਫਿਰ ਤਾਂ ਐ ਹੋ ਜਾਊਗਾ ਫਲਾਨਾ, ਅਗਲੇ ਦਿਨ ਚੀਫ ਮਿਨਿਸਟਰ ਬੰਦ ਕਰਨ ਦਾ ਐਲਾਨ ਕਰ ਦਿੰਦੇ ਨੇ। ਲੇਕਿਨ ਰਾਏ ਮਸ਼ਵਰਾ ਵੀ ਹੋਣਾ ਚਾਹੀਦਾ, ਹੋਰ ਜਿਹੜੇ
ਬਾਕੀ ਦੇ ਬੰਦੇ ਉਹਨਾਂ ਨੂੰ ਡਿਫੈਂਡ ਕਰਦੇ ਨੇ। ਇਹਦੇ ਚ ਉਹਨਾਂ ਨੇ ਗੈਰ ਤਜਰਬੇਕਾਰ, ਹਾਲਾਂਕਿ ਅਮਨ ਅਰੋੜਾ ਉਹਨਾਂ ਚੋਂ ਪੋਲੀਟੀਕਲ ਫੈਮਿਲੀ ਵਾਲੇ ਸਾਰਿਆਂ ਤੋਂ ਤਜਰਬੇਕਾਰ ਦੇ ਐਂਗਲ ਤੋਂ ਲੱਗਦੇ ਨੇ ਵੀ ਸ਼ਾਇਦ ਉਹ ਇਹ ਗੱਲ ਕਹਿਣਗੇ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਸਾਈਕੀ ਹੁੰਦੀ ਆ ਸਟੇਟ ਦੀ, ਕਿਤੇ ਨਾ ਕਿਤੇ ਜਿਹੜਾ ਸੈਂਸਿਟਿਵਿਟੀ ਹੁੰਦੀ ਆ, ਉਹਦੀ ਸੰਵੇਦਨਸ਼ੀਲਤਾ ਕਿਸੇ ਕੇਸ ਨਾਲ ਰਿਲੇਟਡ ਹੁੰਦੀ ਹੈ, ਉਹਨੂੰ ਨਹੀਂ ਉਸ ਲੈਵਲ ਤੇ ਕਰਦੇ। ਇਸ ਲਈ ਦੁਨੀਆ 'ਚ ਨਾ ਬਹੁਤ ਲੋਕ ਇਹ ਕਹਿੰਦੇ ਨੇ ਵੀ ਲਿਖਿਆ ਹੀ ਪੜ੍ਹ ਦੋ, ਪਹਿਲਾਂ ਲਿਖ ਕੇ ਲਿਆਓ, ਦੋ ਸਲਾਹਕਾਰਾਂ ਨੂੰ ਦਿਖਾ ਕੇ ਲਿਆਓ। ਇੱਧਰ ਉੱਧਰ ਦਾ ਭਾਸ਼ਣਬਾਜ਼ੀ ਦੇ ਬਜਾਏ ਜਦੋਂ ਅਸੈਂਬਲੀ ਔਰ ਪਾਰਲੀਮੈਂਟ 'ਚ ਹੁੰਦਾ ਉਦੋਂ ਲਿਖ ਕੇ ਹੀ ਜਵਾਬ ਦਿਓ। ਜਿਹੜਾ ਮੰਤਰੀ ਇੱਥੇ ਲਿਖ ਕੇ ਲਿਆ ਕੇ ਜਵਾਬ ਦਿੰਦਾ ਉਹ ਚੰਗਾ ਰਹਿੰਦਾ। ਜਿਹੜਾ ਆਪਣੀ ਬਦਵਾਨੀ ਘੋੜਦਾ ਨਾ ਵੀ ਚਲਾ ਤਾਂ ਰੱਖੋ ਪਰੇ, ਉਹ ਫਸੇ ਜਾਂਦਾ ਕਿਸੇ ਨਾ ਕਿਸੇ ਲਾਈਨ 'ਚ ਜਾ ਕੇ, ਉਦੋਂ ਬਾਅਦ ਦੂਜੀ 'ਚ ਤੀਜੀ 'ਚ, ਕਿਉਂਕਿ ਸਾਹਮਣੇ ਵਾਲੇ ਨੇ ਤਾਂ ਸਵਾਲ ਕਰਨੇ ਨੇ ਉਸ ਪੱਧਰ ਤੇ। ਇਹ ਗੱਲਾਂ ਨੇ, ਕੁਝ ਗੱਲਾਂ ਸਧਾਰਨ ਲੋਕਾਂ ਦੀਆਂ ਵੀ ਹੋਈਆਂ ਅਸੈਂਬਲੀ 'ਚ ਜਿਹੜੀਆਂ। ਜੇ ਇੱਕ ਇਹਦੇ ਵਿੱਚ ਸਰਦਾਰ ਹਰਮੀਤ ਸਿੰਘ ਜੀ, ਜਿਹੜੀ ਇੱਕ ਅਮਨ ਅਰੋੜਾ ਦੀ ਗੱਲ ਹੋਰ ਜਿਹੜੀ ਖਲਦੀ ਸੀਗੀ ਉਹ ਇਹ ਸੀ, ਉਹਨਾਂ ਨੇ ਕਿਹਾ ਕਿ ਜਿਹੜੇ 2 ਗਨਮੈਨ ਸਿੱਧੂ ਮੂਸੇਵਾਲੇ ਕੋਲ ਸੀ ਵੀ ਉਹ ਨਾਲ ਨਹੀਂ ਲੈ ਕੇ ਗਏ ਜੀ। ਮਤਲਬ ਇੱਕ ਤਰ੍ਹਾਂ ਨਾਲ ਇਹ ਦੋਸ਼ ਵੀ ਸਿੱਧੂ ਮੂਸੇਵਾਲੇ ਸਿਰ ਹੀ ਉਹਨਾਂ ਨੇ ਮੜਿਆ। ਪਰ ਮੈਨੂੰ ਲੱਗਦਾ ਕਿ ਜੇਕਰ ਥ੍ਰੈਟ ਪਰਸੈਪਸ਼ਨ ਬਹੁਤ ਜ਼ਿਆਦਾ ਸੀ, ਜਿਸ ਤਰੀਕੇ ਨਾਲ ਹੁਣ ਗੱਲਾਂ ਬਾਹਰ ਆ ਰਹੀਆਂ ਕਿ ਸਿੱਧੂ ਮੂਸੇਵਾਲੇ ਕਾਫੀ ਜ਼ਿਆਦਾ ਖਤਰੇ 'ਚ ਸੀ, ਗੈਂਗਵਾਰ ਜਾਂ ਬਾਕੀ ਚੀਜ਼ਾਂ ਜਾਂ ਉਹ ਜੋ ਕੁਝ ਵੀ ਸੀਗਾ, ਜੇਕਰ ਪੰਜਾਬ ਦੀ ਇੰਟੈਲੀਜੈਂਸ ਨੇ ਇਹਨੂੰ ਨਹੀਂ ਸਮੇਂ ਸਿਰ ਅੰਕਿਆ ਜਾਂ ਸੂਚਨਾ ਨਹੀਂ ਪਹੁੰਚਾਈ, ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਬੜਾ ਵੱਡਾ ਲਾਪਰਵਾਹੀ ਕਵਾਂਗੇ। ਜਦੋਂ ਅਮਨ ਅਰੋੜਾ ਇਹ ਗੱਲ ਕਹਿ ਰਿਹਾ ਤੇ ਕੀ ਉਹਨਾਂ ਨੇ ਉਹ ਸਾਰੀਆਂ ਰਿਪੋਰਟਾਂ ਖੰਗਾਲ ਲਈਆਂ ਨੇ ਜਿਹੜੀਆਂ ਥ੍ਰੈਟ ਪਰਸੈਪਸ਼ਨ ਨੂੰ ਰਿਪਰੈਜ਼ੈਂਟ ਕਰਦੀਆਂ ਸੀ? ਜਿਵੇਂ ਕਿ ਬਾਅਦ ਦੇ ਵਿੱਚ ਕਿਹਾ ਵੀ ਗਿਆ ਕਿ ਬੜੇ ਪਾਸਿਆਂ ਤੋਂ ਇਸ ਬੰਦੇ ਨੂੰ ਖਤਰਾ ਸੀਗਾ। ਕਾਂਗਰਸ ਦੇ ਵੇਲੇ ਚੰਨੀ ਨੇ ਵੀ 1-2 ਵਾਰੀ ਕਿਹਾ ਤੇ ਉਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਵੀ ਜ਼ਿਕਰ ਕਰਦੇ ਰਹੇ ਕਿ ਅਸੀਂ ਉਹਨਾਂ ਨੂੰ ਕਾਫੀ ਸਾਰੇ ਗਨਮੈਨ ਦਿੱਤੇ ਸੀਗੇ ਕਿਉਂਕਿ ਥ੍ਰੈਟ ਹੈ ਸੀ। ਸੋ ਇਹ ਵੀ ਇੱਕ ਪਹਿਲੂ ਤਾਂ ਹੈਗਾ ਹੀ ਹੈ ਨਾ। ਨਹੀਂ ਬਿਲਕੁਲ, ਇਹ ਪਹਿਲਾਂ ਵੀ ਗੱਲਾਂ ਹੋਈਆਂ ਨੇ। ਪਹਿਲਾਂ ਸਟਾਰਟਿੰਗ 'ਚ ਵੀ ਇਹਨਾਂ ਨੇ ਇਹੀ ਲੈਣ ਦਾ ਸਾਈਡ ਲਈ ਸੀ ਸਟਾਰਟਿੰਗ 'ਚ, ਜੇ ਤੁਹਾਡੇ ਯਾਦ ਹੋਵੇ, ਕਿ ਉਹ ਆਪ ਆਪਣੀ ਬੁਲਟ ਪ੍ਰੂਫ ਕਿਉਂ ਨਹੀਂ ਲੈ ਕੇ ਗਏ, ਉਹ ਆਪਣੇ 2 ਵੀ ਬੰਦਿਆਂ ਨੂੰ ਨਾਲ ਕਿਉਂ ਨਹੀਂ ਲੈ ਕੇ ਗਏ। ਇਟ ਮੀਨਸ ਇੰਟੈਂਸ਼ਨਲੀ ਉਹ ਇਹ ਮਰਨ ਗਿਆ ਸੀਗਾ, ਫਿਰ ਤਾਂ ਤੁਸੀਂ ਤਾਂ ਐਲੀਗੇਸ਼ਨ ਹੀ ਲਾ ਰਹੇ ਹੋ ਨਾ ਵੀ ਤੂੰ ਆਪ ਹੀ ਗਿਆ। ਤੇ ਇਸ ਲੈਵਲ ਤੇ ਜਿਹੜੀ ਸਟੇਟ ਦਾ ਸਿਕਿਉਰਿਟੀ ਦਾ ਨੈਟਵਰਕ ਹੁੰਦਾ ਹੈ, ਕਦੇ ਇਹ ਮੁੜ ਕੇ ਗੱਲ ਆਈ ਕਿ ਤੁਹਾਡਾ CIA ਦਾ ਇੰਚਾਰਜ ਇੱਕ ਮੁਲਜ਼ਮ ਨੂੰ ਭਜਾ ਦਿੰਦਾ ਹੈ ਤੇ ਅਜਾਸੀ ਕਰਨ 'ਚ ਉਹ 'ਚ ਇਨਵੋਲਵ ਹੈ। ਤੁਹਾਡੀ ਇੰਟੈਲੀਜੈਂਸ ਨੂੰ ਉਦੋਂ ਤੱਕ ਵੀ ਪਤਾ ਨਹੀਂ ਸੀ ਕਿ ਇਹ ਬੰਦੇ ਦਾ ਕਿਰਦਾਰ, ਔਰ ਉਹਦੀਆਂ ਬਾਅਦ 'ਚ ਫੋਟੋਆਂ ਕਿੰਨੀਆਂ ਆਮ ਸਧਾਰਨ ਲੋਕਾਂ ਦੇ ਕੋਲ ਸਾਹਮਣੇ ਆ ਰਹੀਆਂ ਨੇ, ਕਿਸੇ ਮੋਹਾਲੀ ਕਲੱਬ ਦੇ ਵਿੱਚ, ਕਿਸੇ ਹੋਟਲ ਦੇ ਵਿੱਚ, ਕਿਤੇ ਬਾਕੀ ਜਗ੍ਹਾ, ਕਿ ਇਦੋਂ ਪਹਿਲਾਂ ਵੀ ਇਹ ਕਿਵੇਂ ਵਿਚਰਦੇ ਨੇ ਆਪਸ ਦੇ ਵਿੱਚ। ਜੇ ਆਪਣੀ ਫੋਰਸ ਦੇ ਵਿੱਚ ਵੀ ਇੰਨਾ ਕੁ ਵੀ ਤੁਹਾਨੂੰ ਨਹੀਂ ਹੈ ਇੱਕ ਦੂਜੇ ਬਾਰੇ ਮਤਲਬ ਇਲਮ, ਤਾਂ ਤੁਸੀਂ ਕਿਹਦੀ ਇੰਟੈਲੀਜੈਂਸ ਕਰਦੇ ਹੋ ਜਾ ਕੇ, ਹੋਰ ਕਿਹੜੇ ਬੰਦਿਆਂ ਦੇ ਝੀਤਾਂ 'ਚ ਦੇਖੀ ਜਾ ਰਹੇ ਹੋ ਜਾ ਕੇ ਕਿ ਉਹ ਕੀ ਹੋਏਗਾ ਕੀ ਨਹੀਂ ਹੋਏਗਾ। ਔਰ ਉਹ ਬੰਦੇ ਦਾ ਮੁੜ ਕੇ ਵੀ ਕੋਈ ਗੱਲ ਨਹੀਂ ਪਤਾ ਉਦੋਂ ਬਾਅਦ। ਠੀਕ ਹੈ ਜੀ, ਇੱਕ ਵਾਰ ਅਰੈਸਟ ਹੋ ਗਿਆ, ਅਰੈਸਟ ਹੋ ਕੇ ਆਇਆ ਤੇ ਉਦੋਂ ਬਾਅਦ ਉਹ ਹੋ ਗਿਆ। ਔਰ ਫਿਰ ਉੱਥੇ ਦਾ ਥਾਣਾ ਤੇ ਉਹ ਕੀ ਕਰਦੇ ਸੀ ਜਿਹੜੇ ਬੰਦੇ ਉੱਥੇ ਬੈਠੇ ਸੀ? ਲੋਕਲ ਇੰਟੈਲੀਜੈਂਸ ਨੂੰ ਨਹੀਂ ਪਤਾ ਕਿ ਇੱਥੇ ਕੋਈ ਅੱਡੇ ਬਣਾ ਕੇ ਬੰਦੇ ਬੈਠੇ ਨੇ। ਜੇ ਇੰਨਾ ਵੀ ਨਹੀਂ ਪਤਾ ਸਾਰੀਆਂ ਚੀਜ਼ਾਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਤਾਂ ਅੰਦਰ ਝਾਤੀ ਮਾਰਨੀ ਉਹ ਪਊਗੀ। ਐ ਨਹੀਂ ਕਿ ਕੱਲੀ ਸਰਕਾਰ ਦਾ ਕੁਐਸਚਨ ਹੈ, ਇੱਕ ਸਿਸਟਮ ਦੀ ਫੇਲਿਅਰ ਹੈ ਓਵਰਆਲ। ਜਿਹੜਾ ਜਿਹਨੂੰ ਅਸੀਂ ਡੀਪ ਸਟੇਟ ਦਾ ਸਿਸਟਮ ਵੀ ਕਹਿ ਰਹੇ ਹਾਂ ਨਾ, ਇਹਦਾ ਮਤਲਬ ਉਹ ਕਿੱਥੇ ਹੈ ਇਨਵੋਲਵ? ਜੇ ਨਹੀਂ ਪੋਲੀਟੀਸ਼ੀਅਨ ਸੱਤਾ ਹੀ ਸੋਚਦਾ ਹੈ, ਬਾਕੀ ਸੱਤਾ ਹੀ ਸੋਚਦਾ ਹੈ, ਉਹ ਇੱਕ ਅਲੱਗ ਪਹਿਲੂ ਹੈ। ਪਰ ਤੁਸੀਂ ਕੋਈ ਇਹ ਗੱਲ ਕੀਤੀ ਹੋਵੇ, ਫਿਰ ਕਿਸੇ ਨੇ ਐਕਸ਼ਨ ਨਾ ਕੀਤਾ ਹੋਵੇ, ਜੇ ਕਿਸੇ ਨੇ ਦੱਸਿਆ ਹੋਵੇ ਪੁਲਿਸ ਨੂੰ, ਉਹਨੇ ਐਕਸ਼ਨ ਨਹੀਂ ਕੀਤਾ, ਤਾਂ ਫਿਰ ਪੁਲਿਸ ਵਾਲਿਆਂ ਖਿਲਾਫ ਕੀ ਕਾਰਵਾਈ ਹੋਈ? ਜਿਨ੍ਹਾਂ ਨੇ ਨਹੀਂ ਐਕਸ਼ਨ ਕੀਤਾ ਇੰਨੇ ਲੰਮੇ ਸਮੇਂ ਦੇ ਵਿੱਚ। ਇਹ ਵੀ ਰੌਲਾ ਪੈਣ ਤੋਂ ਬਾਅਦ SSP ਤਬਦੀਲ ਹੋਇਆ ਸੀ ਉੱਥੇ ਦਾ, ਜਦੋਂ ਇਹ ਕਿਹਾ ਕਿ ਉਹਦੀ ਛਤਰਛਾਇਆ ਹੇਠ ਉਹ ਜਿਹੜਾ ਇੰਚਾਰਜ ਹੈ CIA ਦਾ, ਉਹ ਇਹ ਕੰਮ ਕਰਦਾ ਰਿਹਾ ਤੇ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ। ਤੁਹਾਨੂੰ ਪਤਾ ਤੱਕ ਨਹੀਂ, ਉਹਦੇ ਸਾਰੇ ਬਾਡੀਗਾਰਡ ਨਾਲ ਹੁੰਦੇ ਨੇ, ਉਹ ਇਕੱਲੇ ਛੱਡ ਕੇ ਉੱਥੇ ਜਾ ਕੇ ਰਹਿਣ ਚਲੇ ਜਾਂਦੇ ਨੇ। ਟੋਟਲ ਥਾਣਾ ਇਨਵੋਲਵ ਹੋ ਜਾਂਦਾ ਇਹਦਾ ਮਤਲਬ ਤੁਹਾਡਾ ਉਹ ਸਾਰੇ ਮਾਮਲੇ ਦੇ ਵਿੱਚ। ਇਹ ਚੀਜ਼ਾਂ ਤਾਂ ਹੈਗੀਆਂ ਨੇ, ਇਹਨੂੰ ਤੁਸੀਂ ਮਤਲਬ ਪਰਦਾ ਨਹੀਂ ਪਾ ਸਕਦੇ। ਮੇਰੇ ਖਿਆਲ ਹੈ ਮੰਨਣ 'ਚ ਜਾਂ ਅੱਗੇ ਨੂੰ ਇੱਕ ਗਲਤੀ ਵੀ ਹੋ ਜੇ ਤਾਂ ਗਲਤੀ ਨਾ ਹੋਵੇ ਅਗਲੀ, ਉਹਦੀ ਥੋਰੋ ਪ੍ਰੋਬ ਤਾਂ ਹੋਣੀ ਚਾਹੀਦੀ ਹੈ। ਮਤਲਬ ਇਹ ਜਿਹੜੀਆਂ ਸਾਈਡਾਂ ਨੇ ਬਚਾਅ ਕਰਨ ਦੀਆਂ, ਉਦੋਂ ਬਚਾਅ ਕਰਨ ਦਾ ਮੌਕਾ ਨਹੀਂ ਆਉਂਦਾ ਜਦੋਂ ਸੈਂਟੀਮੈਂਟ ਵੀ ਆ ਔਰ ਹਾਲਾਤ ਤੱਥ ਵੀ ਤੁਹਾਡੇ ਅਗੇਂਸਟ ਜਿਹੜੇ ਜਾ ਰਹੇ ਨੇ ਜੀ। ਮੇਰੇ ਖਿਆਲ ਆਪਾਂ ਕਾਫੀ ਅੱਗੇ ਲੰਘ ਆਏ ਆ। ਇੱਕ ਦੋ ਤੁਸੀਂ ਇਨਸੀਡੈਂਟ ਮੇਰੇ ਹੋਰ ਸ਼ੇਅਰ ਕਰਨਾ ਚਾਹ ਰਹੇ ਸੀ, ਕਾਲੀ 'ਚ ਜੇ ਕਰਦੇ ਹੋ ਤੇ ਵਧੀਆ ਹੀ, ਅਸੀਂ ਇਹਨੂੰ ਪ੍ਰੋਪਰ ਵਾਈਂਡ ਅਪ ਕਰ ਲਈਏ। ਬਸ ਇੱਕ ਗੱਲ ਹੈ ਕਿ ਜਿਹੜੇ ਬਹੁਤ ਹਾਸੀਅਤ ਧੱਕੇ ਗਏ ਬੰਦੇ ਨੇ, ਉਹਨਾਂ ਦੀਆਂ 2 ਗੱਲਾਂ ਵੀ ਅਸੈਂਬਲੀ ਦੇ ਵਿੱਚ ਹੋਈਆਂ। ਅੱਜ ਇੱਕ ਸਵਾਲ ਵੀ ਸੀ ਜੀਰੇ ਦੇ MLA ਦਾ ਲਾਇਆ ਹੋਇਆ ਕਿ ਜਿਹੜੀਆਂ ਸ਼ਗਨ ਸਕੀਮ ਦੀਆਂ ਉਹਦੇ ਏਰੀਏ ਦੇ ਵਿੱਚ ਕਿੰਨੀਆਂ ਪੈਂਡਿੰਗ ਨੇ ਅਰਜ਼ੀਆਂ,
ਤੇ ਕਿੰਨੇ ਪੈਸੇ ਬਣਦੇ ਨੇ। ਸੈਂਕੜੇ ਕੱਲੇ ਜੀਰੇ ਇੱਕ ਹਲਕੇ ਦੀਆਂ ਨੇ ਤੇ 2 ਕਰੋੜ 70 ਲੱਖ ਤੋਂ ਜ਼ਿਆਦਾ ਦਾ ਪੈਸਾ ਉਹ ਬਣਦਾ ਜਿਹੜੀ ਸ਼ਗਨ ਸਕੀਮ ਕੁੜੀਆਂ ਨੂੰ ਵਿਆਹ ਤੇ ਦੇਣੀ ਹੈ। ਔਰ ਫਿਰ ਪ੍ਰਤਾਪ ਬਾਜਵਾ ਨੇ ਉੱਠ ਕੇ ਕਿਹਾ ਕਿ ਕੱਲਾ ਉਹ ਨਹੀਂ ਜੀ, ਸਾਡੇ ਕੋਲ ਹਰ ਹਲਕੇ ਦੇ ਬੰਦੇ ਆਉਂਦੇ ਨੇ। ਤਾਂ ਤੁਸੀਂ ਅੰਦਾਜ਼ਾ ਲਾਓ, ਜੇ 2.5 ਕਰੋੜ ਪੌਣੇ 3 ਕਰੋੜ ਇੱਕ ਹਲਕੇ ਦਾ ਹੈ ਤਾਂ 117 ਹਲਕਿਆਂ 'ਚ ਕਿੰਨਾ ਹੋਏਗਾ। ਤਾਂ ਤੁਸੀਂ ਇਹੋ ਜਿਹੀਆਂ ਸਕੀਮਾਂ ਕਿਉਂ ਅਨਾਉਂਸ ਕਰਦੇ ਹੋ ਕਿ ਗਰੀਬ ਨੂੰ ਵਿਆਹ ਤੇ ਸ਼ਗਨ ਦੇਣਾ? ਸ਼ਗਨ ਤਾਂ ਮੌਕੇ ਤੇ ਦੇਣਾ ਹੁੰਦਾ ਤੇ ਉਦੋਂ ਬਾਅਦ ਕੁੜੀਆਂ ਨੇ ਕਾਰਡ ਛਪਾਈ ਫਿਰਦੀਆਂ ਨੇ, ਜਵਾਕ ਬੱਚੇ ਹੋ ਜਾਂਦੇ ਨੇ, ਬੱਚੇ ਸਕੂਲ ਤੱਕ ਜਾਣ ਲੱਗ ਜਾਂਦੇ ਨੇ, 5-5 ਸਾਲ ਨਹੀਂ ਦੇਣੀਆਂ ਜੇ ਤਾਂ ਉਹ ਬੰਦ ਕਰ ਦਿਓ, ਤਾਂ ਕੁਝ ਹੋਰ ਕਰੋ। ਪਰ ਕਿਉਂਕਿ ਵੋਟਾਂ ਵੇਲੇ ਤੁਸੀਂ ਦੇਣੀਆਂ ਹੁੰਦੀਆਂ ਨੇ, ਇਹ ਇੱਕ ਤਾਂ ਗੱਲ ਹੈ। ਦੂਜਾ ਸਵਾਲ ਇੱਕ ਵਿਧਵਾ, ਅੰਗਹੀਣ ਤੇ ਬੁਢਾਪਾ ਪੈਨਸ਼ਨਾਂ ਬਾਰੇ ਉਹ ਗਨੀਵ ਕੌਰ ਨੇ ਉਠਾਇਆ, ਜਿਹੜੇ ਮਜੀਠੇ ਤੋਂ ਐਮਐਲਏ ਨੇ। ਪਹਿਲੀ ਵਾਰ ਮੇਰੇ ਖਿਆਲ ਇੱਕ ਸਵਾਲ ਇੱਕ ਬੀਬੀ ਨੇ, ਔਰ ਉਹ ਵੀ ਉਹ ਪੈਨਸ਼ਨਰਾਂ ਦਾ, ਉਹਨਾਂ ਦਾ, ਵਿਧਵਾਵਾਂ ਦਾ ਤੇ ਬਾਕੀ ਦਾ ਉਠਾਇਆ ਕਿ ਤੁਸੀਂ 2500 ਰੁਪਇਆ ਆਪਣੇ ਮੈਨੀਫੈਸਟੋ 'ਚ ਕਿਹਾ ਸੀ, ਵਧਾਇਆ ਕੋਈ ਨਹੀਂ, ਤੇ ਕਦੋਂ ਕਰੋਗੇ? ਕੀ ਕੋਈ ਟਾਈਮ ਬਾਉਂਡ ਹੈ ਜਾਂ ਨਹੀਂ ਹੈ? ਤੇ ਉਹਦੇ 'ਚ ਫਿਰ ਮੰਤਰੀ ਨੇ ਇੰਨਾ ਕੀ ਜਵਾਬ ਦਿੱਤਾ ਕਿ ਜੇ ਅਸੀਂ ਇਹਦੀ ਜਾਂਚ ਕਰਾ ਰਹੇ ਸੀ, ਇੰਨੀਆਂ ਜਾਲੀ ਪਾਈਆਂ ਗਈਆਂ, ਇੰਨਾ ਰਿਕਵਰੀ ਹੋਈ, ਇੰਨੀਆਂ ਫਲਾਨੀਆਂ ਹੋਈਆਂ, ਉਹ ਅਲੱਗ ਗੱਲ ਹੈ। ਪਰ ਕਹਿੰਦੇ ਵਧਾਵਾਂਗੇ, ਦੇਖਾਂਗੇ, ਡੇਟ ਬਾਉਂਡ ਤਾਂ ਨਹੀਂ ਕਰ ਸਕਦੇ, ਪਰ ਵਧਾਵਾਂਗੇ ਜ਼ਰੂਰ। ਹਰਿਆਣਾ 2500 ਦਿੰਦਾ ਹੈ, ਉਹਦੇ ਆਧਾਰ ਤੇ ਇਹਨਾਂ ਨੇ ਮੈਨੀਫੈਸਟੋ 'ਚ ਉਹਦੇ ਗਰੰਟੀ 'ਚ ਪਾ ਲਿਆ ਤੇ ਮੁੜ ਕੇ 2500 ਦੇਣ ਦੀ ਮੇਰੇ ਖਿਆਲ ਹੈ ਜਿਹੋ ਜਿਹੇ ਹਾਲਾਤ ਨੇ, ਉਹ ਕੁਬਤ ਨਹੀਂ ਬਚੂਗੀ ਜਿੱਦਾਂ ਨੂੰ ਹਾਲਾਤ ਜਿਹੋ ਜਿਹੇ ਜਾ ਰਹੇ ਨੇ। ਪਰ ਇਹ ਮੁੱਦੇ ਸੀ ਜਿਹੜੇ ਹਾਸੀਅਤ ਤੇ ਜਿਹੜਾ ਬਹੁਤ ਦੂਰ ਬੈਠੇ ਬੰਦੇ ਨੇ, ਜਿਨ੍ਹਾਂ ਦੀ ਗੱਲ ਵਿਧਾਨ ਸਭਾ 'ਚ ਬੜੀ ਘੱਟ ਹੁੰਦੀ ਹੈ, ਔਰ ਇੱਕ ਚੰਗੀ ਗੱਲ ਹੈ, ਇਹਨੂੰ ਵੀ ਲੋਕਾਂ ਦੇ ਸਾਹਮਣੇ ਜਾਣਾ ਚਾਹੀਦਾ। ਬਹੁਤ ਮਿਹਰਬਾਨੀ। ਸ਼ੁਕਰੀਆ।